ਵੱਖ-ਵੱਖ ਜਗ੍ਹਾਵਾਂ ਤੇ ਕਿਵੇਂ ਆਮ ਜਨਤਾ ਦੀ ਪਰੇਸ਼ਾਨੀ ਵੱਧ ਰਹੀ ਹੈ। ਗੱਲ ਲੰਬੀ ਦੀ ਕੀਤੀ ਜਾਵੇ ਤਾਂ ਲੰਬੀ ਦੇ ਵਿੱਚ ਵੀ ਪਾਣੀ ਭਰਿਆ ਮੀਂਹ ਦੇ ਕਰਕੇ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ। ਮਾਲਵਾ ਦੇ ਕਈ ਪਿੰਡ ਮੀਂਹ ਦੀ ਭੇਟ ਚੜੇ ਨੇ। ਪਿੰਡ ਮਿੱਡਾ ਦੇ ਵਿੱਚ ਹੜ੍ਹ ਵਰਗੇ ਹਾਲਾਤ ਨੇ। ਕਿਸਾਨਾਂ ਦੀ ਫਸਲ 90% ਤੱਕ ਤਬਾਹ ਹੋ ਚੁੱਕੀ ਹੈ। ਨਰਮੇ ਤੋਂ ਲੈ ਕੇ ਝੋਨੇ ਤੱਕ ਫਸਲ ਬਰਬਾਦ ਹੋਈ ਹੈ। सो बर्बादी ਦੀਆਂ ਤਸਵੀਰਾਂ ਕਿਸ ਤਰ੍ਹਾਂ ਦੀਆਂ ਨੇ, ਤਸਵੀਰਾਂ खुद ਬਿਆਨ ਕਰ ਰਹੀਆਂ ਨੇ। ਕਿਉਂਕਿ ਪਿਛਲੇ ਦਿਨ ਗੱਲ ਕੀਤੀ ਹੈ, परसों ही अजे मुख मंत्री भगवंत मान लंबी ਦੇ ਵਿੱਚ ਪਹੁੰਚੇ ਸਨ। ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਸੀਗਾ। ਫਾਜ਼ਿਲਕਾ ਪਹੁੰਚੇ ਸਨ ਕਿਉਂਕਿ ਹੁਣ ਤੱਕ ਭਾਰੀ ਮੀਂਹ ਦੇ ਕਾਰਨ ਕਿਸਾਨਾਂ ਦੀ ਫਸਲ ਜਿਵੇਂ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਤੇ ਹਜ਼ਾਰਾਂ ਏਕੜ ਫਸਲ ਇਸ ਦੇ ਨਾਲ ਪ੍ਰਭਾਵਿਤ ਹੋਈ ਹੈ, ਖਰਾਬ ਹੋ ਚੁੱਕੀ ਹੈ। ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ। ਮਾਲਵਾ ਦੀ ਗੱਲ ਕੀਤੀ ਹੈ, ਮਾਲਵਾ ਦੇ ਕਈ ਪਿੰਡ ਮੀਂਹ ਦੀ ਭੇਂਟ ਚੜ੍ਹ ਚੁੱਕੇ ਨੇ। ਪਿੰਡ ਮਿੱਡਾ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ। ਕਿਸਾਨਾਂ ਦੀ ਫਸਲ 90% ਤੱਕ ਤਬਾਹ ਹੋ ਚੁੱਕੀ है। अंदाजा लगाया जा सकता है कि जेकर 90% तक फसल तबाह होगी तो फिर बचा की। नरमे तो लैके झोने तक फसल बर्बाद हुई है। उतों का हाल दस रहे ने। लगातार असी तस्वीरां भी विखा रहे हैं कि वक्-वक् जगहों दी किस तरह दी तस्वीरां ने। सो पिंड मिड्डा दे विच हड़ वर्गे हालात बने हुए ने। किसानां दी फसल 90% तक तबाह हो चुकी है। नरमे तो लैके झोने तक फसल बर्बाद हुई है। उत्थों दा हाल दस रहे ने साडे सहयोगी पंकज कपाही। हर साल किसान नूं कुदरत दी मार पैंदी है और किसान अपनी फसल बर्बाद हुंदे होए देखदा है। एक बार फिर कुदरत की मार किसान की फसल के उत्ते पई है। न्यूज़ 18 की टीम ग्राउंड जीरो ते इस वेले मालवे के पिंडां दे विच घुम रही है और ये तस्वीर देखो कि किस तरीके दे नाल ये पूरा पिंड, ये पूरे खेत जिहड़े ने वो पानी की भेट चढ़ गए ने। जदों मींह पिया, मींह वरिया तां नरमे की फसल पूरी तरीके दे नाल बर्बाद हो चुकी है। किते झोना बीजिया, किते नरमा बीजिया, पूरी तरीके दे नाल बर्बाद हो चुका है। मुख मंत्री भगवंत मान कुछ दिन पहला इन्हां हलकियां दा दौरा भी करके गए सीगे, लेकिन ये तस्वीर देखो किसान किस तरीके दे नाल एक बार फिर अपनी फसल जिहड़ा वो खराब हुंदे होए देखदा। कुछ नौजवान किसान मेरे नाल ने, इन्हां नाल गलबात भी कर लैंदे आ। बई हर साल मौसम की मार पैंदी है, वजह की लगती है कि एक बार फिर नरमे की फसल बर्बाद हुंदी हुई नज़र आई है? ਵੀਰ ਜੀ ਪਹਿਲੋਂ ਤਾਂ ਤੁਹਾਡਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਕਵਰੇਜ ਦੇ ਰਹੇ ਜੇ। ਕਿਉਂ ਅੱਜ ਕੱਲ ਇੱਕ ਸੋਸ਼ਲ ਮੀਡੀਆ ਇਹੋ ਜਿਹਾ ਯੁੱਗ ਰਹਿ ਗਿਆ ਜਿੰਦੇ ਰਾਹੀਂ ਅਸੀਂ ਆਵਾਜ਼ ਪਹੁੰਚਾ ਸਕਦੇ ਹਾਂ। ਸੋ ਤੁਹਾਡੀ ਟੀਮ ਦਾ ਧੰਨਵਾਦ ਹੈ। ਜੀ ਆਇਆਂ ਪਿੰਡ ਦੇ ਵਿੱਚ। ਬਾਕੀ 30 ਸਾਲ ਤੋਂ ਲਗਾਤਾਰ ਅਸੀਂ ਇਸ ਪ੍ਰੋਬਲਮ ਦੇ ਨਾਲ ਜੂਝਦੇ ਪਏ ਹਾਂ। ਆਹ ਨਰਮਾ ਤੁਹਾਡੇ ਸਾਹਮਣੇ ਪੱਟਿਆ ਸਾਰਾ ਗਲ ਗਿਆ। ਇਹ ਨਰਮਾ ਨਹੀਂ ਗਲਿਆ, ਇਹ ਸਾਡੇ ਆਉਣ ਵਾਲਾ ਭਵਿੱਖ, ਸਾਡੀ ਆਉਣ ਵਾਲੀ ਪੀੜ੍ਹੀ ਗਲਦੀ ਪਈ ਹੈ। ਆਉਣ ਵਾਲੀ ਪੀੜ੍ਹੀ ਖਤਮ ਹੋਈ ਜਾ ਰਹੀ। ਕਿਉਂ ਜਿੰਨਾ ਚਿਰ ਪੈਸਾ ਨਹੀਂ ਹੋਊਗਾ ਕਿਸਾਨ ਕੋਲ, ਕਿਸਾਨ ਤਾਂ ਪਹਿਲੇ ਫਾਹੇ ਲੈਂਦਾ ਜੀ, ਉਹਨਾਂ ਚਿਰ ਐਜੂਕੇਸ਼ਨ ਬੱਚਿਆਂ ਨੂੰ ਕਿੱਥੋਂ ਆਊਗੀ। ਇਹ ਹਰ ਵਾਰ ਹੜ ਵਾਲੇ ਹਾਲਾਤ ਕਿਉਂ ਬਣ ਜਾਂਦੇ? ਹਰ ਵਾਰ ਕਿ ਸਿਸਟਮ ਦਾ ਫੇਲੀਅਰ ਹੁੰਦਾ, ਸਿਸਟਮ ਕੰਮ ਨਹੀਂ ਕਰਦਾ, ਪਹਿਲਾਂ ਤੋਂ ਤਿਆਰੀ ਨਹੀਂ ਹੁੰਦੀ। ਕੀ ਵਜ੍ਹਾ ਹੁੰਦੀ ਹੈ? ਪਤਾ ਹੈ ਕਿ ਮੀਂਹ ਪੈਣਾ ਜੁਲਾਈ 'ਚ ਪੈਣਾ, ਅਗਸਤ 'ਚ ਪੈਣਾ, ਜੂਨ 'ਚ ਪੈਣਾ, ਔਰ ਹਰ ਵਾਰ ਇਹੀ ਸਿਸਟਮ ਜਿਹੜਾ ਉਹ ਦੇਖਣ ਨੂੰ ਮਿਲਦਾ। ਜਿੱਥੋਂ ਤੱਕ ਸਿਸਟਮ ਦੀ ਗੱਲ ਕਰਦੇ ਆ, ਇਸ ਸਾਲ ਜਿਹਦਾ ਬਦਲਾਅ ਆਇਆ ਤੇ ਉਹ ਇਹ ਸਿਸਟਮ ਦਾ ਹਿੱਸਾ ਇੱਕ ਮੰਨ ਲਓ। ਸਾਡੇ ਏਰੀਏ 'ਚ ਹੁਣ ਮੰਨ ਲਓ MLA ਸਾਹਿਬ ਮੰਨ ਲਓ ਖੁੱਡੀਆਂ ਸਾਹਿਬ ਜਿਵੇਂ ਜਿੱਤੇ ਨੇ, ਗੁਰਮੀਤ ਸਿੰਘ ਜੀ ਖੁੱਡੀਆਂ, ਤੋ ਇਹ ਬਹੁਤ ਕਾਰਨ ਨੇ। ਜਿਵੇਂ ਮੰਨ ਲਓ ਫਸਲ ਦਾ ਕਾਰਨ ਵੀ ਸਾਡੇ ਪਿੰਡ 'ਚ ਪਾਣੀ ਇੰਨਾ ਹੋ ਜਾਂਦਾ। 97 ਦੇ ਵਿੱਚ ਜਦੋਂ ਇਹ ਡਰੇਨਾਂ ਨਿਕਲੀਆਂ ਜੀ, ਇਹ ਡਰੇਨਾਂ ਦੀ ਡਾਇਰੈਕਸ਼ਨ ਉਦੋਂ ਅਸੀਂ ਤਾਂ ਚਲੋ ਜਾਂ ਛੋਟੇ ਲਾ ਲਓ ਜਾਂ ਕਿਵੇਂ ਵੀ ਆ, ਇਹ ਡਾਇਰੈਕਸ਼ਨ ਇਹ ਨਹੀਂ ਸੀ, ਪੋਲੀਟੀਕਲ ਦਬਾਅ ਦੇ ਹੇਠ ਇਹ ਡਾਇਰੈਕਸ਼ਨਾਂ ਬਦਲੀਆਂ ਗਈਆਂ। ਇੱਕ ਪਿੰਡ ਸਾਡਾ ਜਿਵੇਂ ਮਿੱਡਾ ਪਿੰਡ ਹੈ, 3 ਪਾਸਿਆਂ ਤੋਂ ਇਹਨੂੰ ਡਰੇਨਾਂ ਨੇ ਤੇ ਵਿੱਚ ਪਿੰਡ ਹੈ। ਜਿੰਨਾ ਪਾਣੀ ਆ ਹੁਣ ਖੜਾ ਹੈ ਆਪਣਾ ਲਗਭਗ 2-2, 2.5-2.5, 3-3 ਫੁੱਟ ਪਾਣੀ ਹੈਗਾ। ਇਹ ਤਾਂ 2-2 ਫੁੱਟ ਪਾਣੀ ਲਗਭਗ ਡਾਊਨ ਹੋ ਗਿਆ। 5 ਫੁੱਟ ਪਾਣੀ ਦੇ ਵਿੱਚ ਤਾਂ ਜਿਹੜੇ ਬਾਹਰ ਖੇਤਾਂ ਦੇ ਵਿੱਚ ਪਿੰਡ ਨੂੰ ਤਾਂ ਬੰਨ ਲੱਗਾ ਹੋ ਗਿਆ 4 ਚੁਫੇਰੋਂ। ਜਿੰਨੇ ਪਿੰਡ ਦੇ ਬਾਹਰ ਦੇ ਬੰਨੇ ਘਰ ਨੇ ਉਹ ਸਾਰੇ ਘਰਾਂ ਦੇ ਵਿੱਚ ਪਾਣੀ ਵੜ ਗਿਆ, ਮਕਾਨ ਖਰਾਬ ਹੋ ਗਏ, मतलब बहुत ज़्यादा नुकसान। ये इलाका पंजवार दे मुख मंत्री दा इलाका है और इत्थे किसान अज भी उही हालत च मैनूं लगदा जी रहा जिहड़ा 1997 की हालत च जी रहा होएगा। बिल्कुल जी। चलो जिथों तक मुख मंत्री प्रकाश सिंह बादल की गल है जी, साडे चलो 5 वारी वो मुख मंत्री इत्थों रहे ने।
ਸਾਨੂੰ ਕਿਤੇ ਨਾ ਕਿਤੇ ਐਂ ਲੱਗਦਾ ਵੀ ਉਹਨਾਂ ਵਿਕਾਸ ਕਰਨ ਦੀ ਕੋਸ਼ਿਸ਼ ਬਹੁਤ ਕੀਤੀ ਆ, ਪਰ ਥੱਲੜੀ ਲੀਡਰਸ਼ਿਪ ਨੇ ਉਹਨਾਂ ਦੇ ਹਾਰਨ ਦਾ ਕਾਰਨ ਸਾਡੀ ਥੱਲੜੀ ਲੀਡਰਸ਼ਿਪ ਆ। ਥੱਲੜੀ ਲੀਡਰਸ਼ਿਪ ਦੇ ਵਿੱਚ ਮੰਨ ਲਓ ਹੁਣ ਗਵਰਨਮੈਂਟ ਮੁੱਖ ਮੰਤਰੀ ਹੋ ਗਿਆ ਜਾਂ ਕੋਈ ਵੀ ਹੋ ਗਿਆ, ਉਹਨਾਂ ਤਾਂ ਪੈਸਾ ਦੇਣਾ, ਇਸਤੇਮਾਲ ਤਾਂ ਥੱਲੜਿਆਂ ਬੰਦਿਆਂ ਕਰਨਾ। ਉਹਦੇ ਯਾਨੀ ਵਿੱਚ ਪੈਸਾ ਆਂਦਾ, ਉੱਤੋਂ ਪੈਸਾ ਆਂਦਾ, ਲੇਕਿਨ ਥੱਲੇ ਪੈਸਾ ਲੱਗਦਾ ਨਹੀਂ, ਇਸਤੇਮਾਲ ਨਹੀਂ ਹੁੰਦਾ। ਔਰ ਇਸ ਵਜ੍ਹਾ ਕਰਕੇ ਇਹ ਦੇਖੋ ਕਿ ਕਿਸ ਤਰੀਕੇ ਨਾਲ ਪਿੰਡਾਂ ਵਾਲਿਆਂ ਨੇ ਖੁਦ ਬੰਨ ਲਗਾ ਆਪਣੀ ਫਸਲ ਬਚਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਲੇਕਿਨ ਮੀਂਹ ਇੰਨਾ ਪੈ ਗਿਆ ਜਾਂ ਸਿਸਟਮ ਇਦਾਂ ਦਾ ਸੀਗਾ ਕਿ ਪੂਰੇ ਖੇਤ ਹੀ ਜਿਹੜੇ ਉਹ ਡੁੱਬਦੇ ਹੋਏ ਨਜ਼ਰ ਆਏ। ਇਹਦੇ ਚ ਪੈਸਾ ਜਿਵੇਂ ਤੁਸੀਂ ਪੁੱਛਿਆ ਵੀ ਪੈਸਾ ਆਉਂਦਾ ਬਹੁਤ, ਲੱਗਦਾ ਨਹੀਂ। ਲੱਗਣ ਨੂੰ ਤਾਂ ਪੈਸਾ ਲੱਗਦਾ ਹੀ ਹੈ, ਪਰ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ। ਜਿਵੇਂ ਸਾਡੇ ਪਿੰਡ ਇਹ ਜਿਹੜੀਆਂ 3 ਡਰੇਨਾਂ ਨੇ, ਇਹ 3 ਡਰੇਨਾਂ ਚੋਂ ਇੱਕ ਮਹਾਰਾਜ ਡਰੇਨ ਹੈ ਜਿੰਦੀ ਡਾਇਰੈਕਸ਼ਨ ਗਲਤ ਏਰੀਆ ਨੂੰ ਨਿਕਲੀ ਹੋਈ। ਉਸ ਟਾਈਮ ਪੋਲੀਟੀਕਲ ਦਬਾਅ ਦੇ ਕਾਰਨ ਸਾਡੇ ਸ਼ਹਿਰ ਦੇ ਪਿਛਲੀ ਜਿਹੜੀ ਮਹਾਰਾਜ ਡਰੇਨ ਹੈ ਉਹ ਇੱਥੋਂ ਘੁੰਮ ਕੇ ਤੇ ਅਰਨੀ ਵਾਲਾ ਡਰੇਨ ਦੇ ਵਿੱਚ ਜਾਣੀ ਸੀ, ਪਰ ਉਹ ਪੋਲੀਟੀਕਲ ਦਬਾਅ ਦੇ ਵਿੱਚ ਜਿਵੇਂ ਕਿਸੇ ਜ਼ਿਆਦਾ ਵੱਡੇ ਘਰਾਣਿਆਂ ਦੀਆਂ ਜ਼ਮੀਨਾਂ ਹੁੰਦੀਆਂ ਸੀ ਉਹਦੇ ਵਿੱਚ, ਉਧਰ ਨਾ ਜਾਣ ਦੀ ਵਜ੍ਹਾ ਮੰਨ ਲਓ ਨਾ ਜਾਣ ਕਰਕੇ ਇਹ ਡਰੇਨ ਵੀ ਸਾਡੇ ਪਿੰਡ ਦੇ ਕਿੰਨੇ ਇੱਕ ਪਿੰਡ ਜਿਹੜੇ ਆ ਇਹ ਮੌਸਮ ਦੀ ਭੇਟ ਚੜੇ ਆ, ਔਰ ਕਿੰਨਾ ਨੁਕਸਾਨ ਕਿਸਾਨ ਨੂੰ ਝੱਲਣਾ ਪਿਆ? ਨੁਕਸਾਨ ਤਾਂ ਬਹੁਤ ਹੋ ਗਿਆ ਜੀ। ਪਿੰਡ ਆ ਲਾਗੇ ਜਿੰਨੇ ਪਿੰਡ ਆ ਜੀ ਸਾਰੇ ਇਹਦੇ ਮਾਰਚ ਆਏ ਆ ਜੀ। ਬਾਕੀ ਗੱਲ ਹੈ ਜਿਹੜੀ ਵੀਰ ਜੀ ਨੇ ਕਿ ਡਰੇਨ ਸਿੱਧੀ ਤਰਖਾਣ ਵਾਲਾ ਤੋਂ ਉੱਪਰ ਦੀ ਉਡਾਂਗਾ ਥ ਨਹੀਂ ਜਾ ਰਹੀ, ਇਹ ਬਸ ਵੱਡੇ ਲੀਡਰਾਂ ਦੀ ਕੋਈ ਸ਼ਹਿ ਨਾਲ ਹੀ ਜੀ ਇੱਧਰ ਨੂੰ ਨਿਕਲ ਗਈ ਨਵਾਨ ਨੂੰ। ਸਾਡਾ ਪਿੰਡ ਦੂਜੇ ਪਿੰਡਾਂ ਨਾਲੋਂ ਬਹੁਤ ਜ਼ਿਆਦਾ ਨੀਵਾਂ ਜੀ। ਕਿੰਨਾ ਨਰਮਾ 1 ਏਕੜ ਬੀਜਣ 'ਚ ਖਰਚਾ ਆਂਦਾ, ਔਰ ਕਿੰਨਾ ਸੋਚਿਆ ਸੀ ਕਿ ਜਦੋਂ ਨਰਮਾ ਵੇਚਿਆ ਜਾਏਗਾ ਤਾਂ ਮੁਨਾਫਾ ਹੋਏਗਾ, ਲੇਕਿਨ ਉਸ ਦੀ ਭੇਟ ਜਿਹੜੀ ਹੈ ਪਾਣੀ ਦੀ ਭੇਟ ਚੜਦੇ ਹੋਏ ਨਜ਼ਰ ਆਏ ਨੇ। ਮੁਨਾਫਾ ਤਾਂ ਦੇਖੋ ਜੀ, ਖਰਚਾ ਤੇ ਬਹੁਤ ਆਉਂਦਾ ਜੀ। ਨਰਮਾ ਫਸਲ ਤੁਹਾਨੂੰ ਪਤਾ ਬੀਜ ਦਾ ਸਾਰਾ ਰੇ ਸਪਰੇ ਸਭ ਬਹੁਤ ਖਰਚਾ ਆਉਂਦਾ ਜੀ। ਬਸ ਹੁਣ ਦੇਖ ਲਓ ਤੁਹਾਡੇ ਸਾਹਮਣੇ ਕੁਝ ਨਹੀਂ ਪੱਲੇ ਰਿਹਾ ਜੀ, ਸਾਰਾ ਕੁਝ ਡੁੱਬ ਗਿਆ ਜੀ। ਤੇ ਜਿਹੜਾ ਇਹ ਡਾਇਰੈਕਸ਼ਨ ਹੈ ਸੇਮ ਵਾਲੇ ਦੀ, ਇਹ ਅਸੀਂ ਭਗਵੰਤ ਮਾਨ ਸੀਐਮ ਸਾਹਿਬ ਵੀ ਆਏ, ਉਹਨਾਂ ਨੂੰ ਵੀ ਬੇਨਤੀ ਕੀਤੀ ਵੀ ਇਹਨਾਂ ਨੂੰ ਸਹੀ ਤਰੀਕੇ ਨਾਲ ਜਿੰਦੀ ਇੱਧਰ ਦੀ ਡਾਇਰੈਕਸ਼ਨ ਉਧਰ ਕੱਢਿਆ ਜਾਵੇ ਜੀ। ਮੁੱਖ ਮੰਤਰੀ ਪਿਛਲੇ ਦਿਨਾਂ 'ਚ ਆਏ ਸੀ, ਉਸ ਤੋਂ ਬਾਅਦ ਕੋਈ ਐਕਸ਼ਨ ਹੋਇਆ? ਕੋਈ ਪ੍ਰਸ਼ਾਸਨ 'ਚ ਅਧਿਕਾਰੀ ਜਾਗੇ ਜਾਂ ਮੁੱਖ ਮੰਤਰੀ ਦੇ ਸਾਹਮਣੇ ਅਧਿਕਾਰੀਆਂ ਨੇ ਹਾਮੀ ਭਰਤੀ ਲੇਕਿਨ ਕੋਈ ਐਕਸ਼ਨ ਨਹੀਂ ਹੋਇਆ? ਕੀ ਕੁਛ ਸੀਗਾ ਉਸ ਤੋਂ ਬਾਅਦ ਐਕਸ਼ਨ ਦੇ ਵਿੱਚ? ਬਾਈ ਐਂ ਗੱਲ ਹੈ, ਪਹਿਲੀ ਗੱਲ ਤਾਂ ਚਲੋ ਅਸੀਂ ਸਤਿਕਾਰ ਸਾਨੂੰ ਪਿੰਡ ਨੇ ਦਿੱਤਾ ਸੀ, ਸੁਧਾਰ ਕਮੇਟੀ ਮਿੱਡਾ ਦੇ ਜਾਂ ਬਾਬੂ ਸਾਹਿਬ ਸੰਸਥਾ ਮਿੱਡਾ ਦੇ 3 ਨੌਜਵਾਨ ਹੀ ਉਹਨਾਂ ਨੂੰ ਮਿਲੇ ਸੀ ਕੋਈ ਪਿੰਡ ਦੇ ਵਿੱਚ, ਮੰਨ ਲਓ ਜਿਵੇਂ ਲੀਡਰ ਟਾਈਪ ਕੋਈ ਵੀ ਉਹਨਾਂ ਨੂੰ ਮਿਲਿਆ ਨਹੀਂ ਸੀ। ਸੋ ਅਸੀਂ ਗੱਲਬਾਤ ਕੀਤੀ ਸੀ ਵੀ ਸਾਨੂੰ ਹਰ ਵਾਰ ਮੁਆਵਜ਼ੇ ਨਹੀਂ ਚਾਹੀਦੇ, ਸਾਨੂੰ ਇਹਦਾ ਪੱਕਾ ਹੱਲ ਕਰਕੇ ਦਿਓ, ਸਾਡੀਆਂ ਫਸਲਾਂ ਵੀ ਬਚਣ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਬਚ ਜਾਣ। ਤੁਸੀਂ ਕਿਹਾ ਮੁਆਵਜ਼ਾ ਨਹੀਂ ਚਾਹੀਦਾ, ਮੁਆਵਜ਼ਾ ਹਰ ਸਾਲ ਅਨਾਉਂਸਮੈਂਟ ਹੋ ਜਾਂਦੀ ਹੈ ਲੇਕਿਨ ਪੱਕੇ ਹੱਲ ਨਹੀਂ ਹੁੰਦੇ। ਚਲੋ ਅਨਾਉਂਸਮੈਂਟ ਹੋ ਜਾਂਦੀ, ਅਨਾਉਂਸਮੈਂਟ ਮੁਆਵਜ਼ਾ ਆ ਵੀ ਜਾਊਗਾ, ਉਹਨਾਂ ਸਾਨੂੰ ਵਿਸ਼ਵਾਸ ਬਾਅਦ ਚ ਇਹ ਵੀ ਦਵਾਇਆ ਵੀ ਮੁਆਵਜ਼ਾ ਵੀ ਆਊਗਾ, ਪਰ ਮੁਆਵਜ਼ਾ ਗਵਰਨਮੈਂਟ ਕਿੰਨਾ ਦੇ ਦੂ? 5000 ਦੇ ਦੂ, 10000 ਦੇ ਦੂ। ਜਿੱਥੇ ਇੱਕ ਕਿਸਾਨ ਦੀ 50-60 ਹਜ਼ਾਰ ਦੀ 1 ਏਕੜ ਦੀ ਫਸਲ ਖਤਮ ਹੋ ਗਈ ਆ, ਉੱਥੇ ਮੁਆਵਜ਼ਾ ਕੀ ਮਾਇਨੇ ਰੱਖੂਗਾ? ਬਾਕੀ ਜਿਵੇਂ ਨਰਮੇ ਤੇ ਤੁਸੀਂ ਖਰਚੇ ਦੀ ਗੱਲ ਕੀਤੀ ਆ, 15000 ਰੁਪਇਆ 20000 ਰੁਪਇਆ ਝੋਨੇ ਤੇ ਨਰਮੇ ਦੇ ਕਿੱਲੇ ਦੇ ਏਕੜ ਤੇ ਅਸੀਂ ਖਰਚਾ ਕਰੀ ਬੈਠੇ ਆ। ਤੇ ਉਸ ਤੋਂ ਬਾਅਦ ਮੰਨ ਲਓ ਅੱਜ ਹੱਥ ਧੋ ਕੇ ਕਿਸਾਨ ਆਪਦੇ ਘਰੇ ਬਹਿ ਗਿਆ, ਜੇ ਬਾਰਿਸ਼ ਫਿਰ ਇਹਦੋਂ ਜ਼ਿਆਦਾ ਹੁੰਦੀ ਹੈ ਤੇ ਕੁਛ ਮੰਨ ਲਓ ਜਿਵੇਂ ਤੁਸੀਂ ਵੀਰ ਨੂੰ ਪੁੱਛਿਆ ਸੀ ਵੀ ਕਿੰਨਾ ਏਰੀਆ ਪ੍ਰਭਾਵਿਤ, ਸਾਡੇ ਪਿੰਡ ਦਾ ਮੰਨ ਲਓ 3500-3600 ਏਕੜ ਜ਼ਮੀਨ ਹੈ ਤੇ ਉਹਨਾਂ ਚੋਂ ਮੰਨ ਲਓ 100 ਕਿੱਲਾ ਬਚੀ ਹੋਊਗੀ, 90-95% ਪ੍ਰਭਾਵਿਤ ਆ। ਉਸ ਤੋਂ ਬਾਅਦ ਜਿਹੜੇ ਸਾਡੇ ਨੇੜੇ ਪਿੰਡ ਨੇ ਉਹ ਵੀ 10-15 ਕੋਈ 25% ਸਾਰੇ ਪ੍ਰਭਾਵਿਤ ਨੇ। ਸੀਚੇਵਾਲ ਹੋਰਾਂ ਦੀ ਟੀਮ ਵੀ ਪਿਛਲੇ ਦਿਨਾਂ 'ਚ ਆਈ ਸੀ, ਉਹ ਕਹਿ ਰਹੇ ਕਿ ਬਾਸਮਤੀ ਲਾ ਲਓ, 7-8 ਦਿਨਾਂ 'ਚ ਬਾਸਮਤੀ ਲਾ ਲਓ, ਬਚਾਅ ਹੋ ਸਕਦਾ। ਪਹਿਲਾਂ ਤੁਹਾਡੇ ਚੈਨਲ ਰਾਹੀਂ ਇਹ ਗੱਲ ਜ਼ਰੂਰੀ ਕਹਿਣੀ ਬਣਦੀ ਸਾਡੀ, ਸੰਤ ਸੀਚੇਵਾਲ ਜੀ ਦਾ ਅਸੀਂ ਦੇਣਾ ਸ਼ਾਇਦ ਨਹੀਂ ਦੇ ਸਕਦੇ, ਜੇ ਸਾਡੇ ਉਹ ਇੱਥੇ ਨਾ ਆਉਂਦੇ ਤੇ ਪ੍ਰਸ਼ਾਸਨ ਨੇ ਵੀ ਕੋਈ ਹਿਲਜੁਲ ਨਹੀਂ ਸੀ ਕਰਨੀ। ਹੋ ਸਕਦਾ ਉਹਨਾਂ ਨੇ ਸਾਨੂੰ ਇਕੱਲੇ ਪ੍ਰਸ਼ਾਸਨ ਤੋਂ ਨਹੀਂ, ਉਹ ਸਾਨੂੰ ਵਿੱਤੀ ਮਦਦ ਜਿਵੇਂ ਹਰਾ ਚਾਰਾ ਅਸੀਂ ਡਿਮਾਂਡ ਕੀਤੀ ਸੀ ਤੋਂ ਸੁਲਤਾਨਪੁਰ ਲੋਧੀ ਤੋਂ ਆ ਮੇਰੇ ਭਰਾ ਜਗਮੀਤ ਨੇ ਇੱਕ ਵੀਡੀਓ ਅੱਖਰ ਵਾਲੇ ਵੀਰ ਦੇ ਰਸੀਵੀਆਂ ਵੀਰ ਦੇ ਰਾਹੀਂ ਪਾਈ ਸੀ ਤੇ ਉਹਨਾਂ ਦਾ ਵੀ ਬੜਾ ਧੰਨਵਾਦ। ਉਹ ਵੀਡੀਓ ਇੱਕ ਵਾਇਰਲ ਹੋਣ ਦਾ ਕਾਰਨ ਦਾ ਸੋਸ਼ਲ ਮੀਡੀਆ ਦੇ ਕਾਰਨ ਹੀ ਇਹ ਮੰਨ ਲਓ ਸਾਰਾ ਕੁਝ ਹੋਇਆ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਏ, ਸੰਤ ਸੀਚੇਵਾਲ ਜੀ। ਬਾਕੀ ਸੰਤ ਸੀਚੇਵਾਲ ਜੀ ਦਾ ਅਸੀਂ ਦੇਣਾ ਇਸ ਲਈ ਨਹੀਂ ਦੇ ਸਕਦੇ, ਉਹ ਡੇਲੀ 2-2 ਵਾਰੀ ਭਰਾ ਮੇਰੇ ਨੂੰ ਫੋਨ ਕਰਕੇ ਪੁੱਛਦੇ ਨੇ ਵੀ ਤੁਸੀਂ ਦੱਸੋ ਵੀ ਕਿਹੜੀ ਚੀਜ਼ ਤੁਹਾਨੂੰ ਚਾਹੀਦੀ ਆ। ਹੁਣ ਅਸੀਂ ਉਹਨਾਂ ਨੂੰ ਇਹ ਤਸਵੀਰ ਜ਼ਰੂਰ ਦਿਖਾਓ ਕਿ ਕਿਸ ਤਰੀਕੇ ਨਾਲ ਇਸ ਵੇਲੇ ਪਿੰਡ ਦੀ ਹਾਲਤ ਹੈ, ਕਿਸ ਤਰੀਕੇ ਨਾਲ ਨਿਕਲਣਾ ਪੈਂਦਾ, ਇੱਥੋਂ ਤਾਂ ਗੱਡੀ ਵੀ ਨਹੀਂ ਨਿਕਲ ਸਕਦੀ, ਬੜਾ ਔਖਾ ਹੋਇਆ ਪਿਆ ਇੱਥੋਂ। ਬਹੁਤ ਜੀ ਪਿੰਡ ਦੀ ਐਂਟਰੀ ਆ ਜੀ, ਇਹ ਦੂਸਰੇ ਪਿੰਡ ਤੋਂ ਐਂਟਰੀ ਆ ਜੀ ਸਾਡੀ, ਅੰਦਰ ਜਾ ਰਹੇ ਆ ਜਿਹੜੇ ਆਪਾਂ। ਹਾਂਜੀ ਵੇਖ ਲਓ ਹਾਲਾਤ ਕੀ ਆ ਜੀ, ਇਹ ਦੇਖ ਲਓ ਕਿ ਪਾਣੀ ਕਿੱਥੋਂ ਤੱਕ ਹੈ, ਤਾਂ ਇੱਥੋਂ ਗੱਡੀ ਵੀ ਨਹੀਂ ਨਿਕਲਦੀ ਹੁਣ। ਨਾ ਜੀ ਨਾ ਗੱਡੀ ਅਸੀਂ ਕੱਢਣ ਦੀ ਕੋਸ਼ਿਸ਼ ਕੀਤੀ, ਨਿਕਲੀ ਨਹੀਂ। ਹਾਂਜੀ ਨਹੀਂ ਗੱਡੀ ਨਿਕਲ ਸਕਦੀ ਜੀ।
ਹੁਣ ਅਫਸਰ ਕੀ ਕਹਿੰਦੇ ਜਦੋਂ ਮੁੱਖ ਮੰਤਰੀ ਇੱਥੋਂ ਹੋ ਕੇ ਚਲੇ ਗਏ, ਕੀ ਕੁਝ ਐਕਸ਼ਨ ਜਿਹੜਾ ਉਹ ਨਜ਼ਰ ਆਇਆ ਗਰਾਊਂਡ ਤੇ? ਇਸ ਟਾਈਮ ਤਾਂ ਜੀ ਇੱਕ ਭਰੋਸਾ ਦੇ ਕੇ ਗਏ ਆ ਕਿ ਆਉਣ ਵਾਲਾ ਸੀਜ਼ਨ ਮਤਲਬ ਸਾਨੂੰ ਇਹ ਨਹੀਂ ਆਪਾਂ ਨੂੰ ਦਿੱਕਤ ਆਊਗੀ। ਹਾਂਜੀ, ਅੱਗੋਂ ਵੇਖੋ ਕਿ ਭਰੋਸੇ ਤਾਂ ਪਹਿਲਾਂ ਵੀ ਬੜੇ ਮਿਲੇ ਹੋਏ ਸੀ। ਹਾਂ, ਹੁਣ ਮੁੱਖ ਮੰਤਰੀ ਤੇ ਵੈਸੇ ਮਾਣ ਵੀ ਬੜਾ ਸਾਨੂੰ ਕਿ ਜਿਹੜੇ ਹਿਸਾਬ ਨਾਲ ਸਾਡੀ ਗੱਲ ਸੁਣ ਕੇ ਗਏ ਆ ਤੇ ਕਰਨਗੇ ਵੀ ਤੇ ਕਰਨਾ ਚਾਹੀਦਾ ਵੀ ਆ ਜੀ। ਹੁਣ ਇਹ ਪਾਣੀ ਕੱਢਿਆ ਕਿਵੇਂ ਜਾ ਰਿਹਾ ਇੱਥੋਂ? ਜਿਹੜਾ ਪਾਣੀ ਕੱਢਣਾ ਹੈ ਇਹ ਆਪੇ ਨਿਕਲ ਜਾਂਦਾ ਹੈ ਜਾਂ ਕਿਵੇਂ ਇਹ ਪਾਣੀ ਇੱਥੋਂ ਕੱਢਿਆ ਜਾਏਗਾ? ਇਹ ਪਾਣੀ ਜੀ ਫਿਲਹਾਲ ਕੱਢਣ ਵਾਸਤੇ ਸਾਡੇ ਕੋਲ ਕੋਈ ਮਤਲਬ ਹੈ ਹੀ ਨਹੀਂ ਗਾ ਕਿ ਨਿਕਲ ਹੀ ਨਹੀਂ ਹਜੇ ਤੱਕ ਜੀ। ਅਫਸਰ ਨਹੀਂ ਕਢਵਾ ਰਹੇ ਜਾਂ ਨਹੀਂ ਕੋਈ ਕੁਝ ਕਰ ਰਹੇ? ਕੋਈ ਅਫਸਰ ਨਹੀਂ, ਕੋਈ ਨਹੀਂ, ਕਿਉਂਕਿ ਕੋਈ ਹੈ ਹੀ ਨਹੀਂ ਗੀ। ਕਿਉਂਕਿ ਸਾਡੇ ਖਾਲ ਸਾਈਡ ਦੀ ਟੀਮ ਆਈ ਹੋਈ ਸੀ, ਜਿੱਥੇ ਪੱਖੇ ਲੱਗੇ ਸੀ ਉਹਨਾਂ ਨੇ ਲਾਏ ਸੀ ਜਿੰਨਾ ਕਿ ਨਿਕਲ ਸਕਦਾ ਸੀ, ਪਰ ਅੱਗੋਂ ਰਸਤਾ ਹੀ ਨਹੀਂ ਨਿਕਲਣਾ ਹੈਗਾ ਜੀ। ਅਸੀਂ ਇਹ ਨਹੀਂ ਚਾਹੁੰਦੇ ਕਿ ਆਪ ਬਚ ਕੇ ਕਿ ਅਗਲੇ ਪਿੰਡ ਡੋਬ ਦਈਏ ਜੀ। ਇਹ ਵੀ ਨਹੀਂ ਸਾਨੂੰ ਵਧੀਆ ਲੱਗਦਾ। ਕਿੰਨੇ ਕੁ ਪਿੰਡ ਇਹਦੀ ਮਾਰ ਥੱਲੇ ਆਏ ਆ? ਇਹ ਜੀ ਪਿੱਛੇ ਸਾਡੇ ਤੋਂ 60 ਪਿੰਡ ਆ ਜਿਹੜਾ ਇੱਧਰ ਦੀ ਪਾਣੀ ਲੰਘਣਾ ਜੀ। ਸਾਡੇ ਤੋਂ ਅੱਗੇ ਵੀ 3-4 ਪਿੰਡ ਜਿਹੜੇ ਪ੍ਰਭਾਵਿਤ ਹੋਏ ਆ ਜੀ। ਇਹ ਪਾਣੀ ਜਾਂਦਾ ਕਿੱਥੇ ਇਸ ਤੋਂ ਬਾਅਦ? ਜੇ ਤੁਸੀਂ ਕੱਢਦੇ ਹੋ, ਤੁਸੀਂ ਕਹਿੰਦੇ ਅਗਲੇ ਪਿੰਡ 'ਚ ਨਾ ਚਲੇ ਜਾਵੇ, ਤੇ ਫਿਰ ਪਾਣੀ ਜਾਂਦਾ ਕਿੱਥੇ? ਇਹ ਕਰਮਪੱਟੀ ਡਰੇਨ ਹੈ ਜੀ, ਅੱਗੇ ਇੱਕ ਵੱਡੀ ਉੱਥੇ ਹੋਰ ਇਹ ਉਧਰ ਜਾ ਰਿਹਾ ਸਾਰਾ ਪਾਣੀ ਜੀ। ਹਾਂਜੀ, ਹੁਣ ਜਦੋਂ ਫਸਲ ਪੂਰੀ ਤਰੀਕੇ ਨਾਲ ਬਰਬਾਦ ਹੋ ਜਾਂਦੀ, ਮੁਆਵਜ਼ਾ 5000 7000 4000 ਮਿਲ ਜਾਏਗਾ, ਕਿਸਾਨ ਉਸ ਵੇਲੇ ਕੀ ਸੋਚਦਾ ਹੈ ਕਿ ਯਾਰ ਇੰਨੀ ਮਿਹਨਤ ਨਾਲ ਫਸਲ ਲਾਈ, ਕਿਸੇ ਨੇ ਠੇਕੇ ਤੇ ਲਈ ਹੋਣੀ, ਜਿਹਨੇ ਠੇਕੇ ਤੇ ਲਈ ਉਹਨੇ ਠੇਕਾ ਵੀ ਦੇਣਾ, ਉਹਨੇ ਬੀਜਾਂ ਦੇ ਪੈਸੇ ਵੀ ਦੇਣੇ, ਉਹਨੇ ਮਜ਼ਦੂਰ ਦੇ ਪੈਸੇ ਵੀ ਦੇ ਦਿੱਤੇ ਆ, ਉਹਨੂੰ ਤਾਂ ਤੇਰੀ ਮਾਤ ਪੈ ਗਈ। ਤੇਰੀ ਕੀ ਸਾਰੀ ਮਤਲਬ 20 ਸਾਲ ਹੋ ਗਏ ਮਾਰਾਂ ਜੀ, ਕਿਉਂਕਿ ਐਡੇ ਮਤਲਬ ਵੱਡੇ ਘਰ ਨਹੀਂਗਾ ਸਾਡੇ ਪਿੰਡ, ਜਿੰਨੇ ਵੀ ਇੱਥੇ ਨੇੜੇ ਵਸਦੇ ਆ ਕਿ ਆਪਦਾ ਗੁਜ਼ਾਰਾ ਚੱਲ ਰਿਹਾ ਸੀ ਜਿੰਨੀ ਕਿ ਵੀ ਹੈ ਸੀ। ਹਰ ਇੱਕ ਬੰਦਾ ਕੋਈ ਠੇਕੇ ਲੈ ਕੇ ਗੁਜ਼ਾਰਾ ਕਰ ਰਿਹਾ ਸੀ। ਠੇਕੇ ਵਾਲੇ ਦਾ ਠੇਕਾ ਵੀ ਗਿਆ ਜੀ, ਲਵਾਈ ਵੀ ਗਈ ਜੀ, ਤੇ ਖਾਦਾਂ ਸਪਰੇਆਂ ਵੀ ਪੈ ਗਈਆਂ ਸੀ, ਸਭ ਕੁਝ ਗਿਆ ਜੀ। ਇਹ ਤਸਵੀਰ ਦੇਖੋ, ਜਿੱਥੋਂ ਤੱਕ ਕੈਮਰੇ ਦੀ ਅੱਖ ਹੈ, ਪੂਰੇ ਖੇਤ ਜਿਹੜੇ ਉਹ ਡੁੱਬੇ ਪਏ ਨੇ। ਅਸੀਂ ਖੇਤਾਂ ਦੇ ਅੰਦਰ ਵੜ ਕੇ ਵੀ ਦਿਖਾਇਆ ਸੀ ਕਿ ਕਿੱਥੋਂ ਤੱਕ ਪਾਣੀ ਜਿਹੜਾ ਹੈ, ਤਾਂ ਨਰਮਾ ਹੋਵੇ ਝੋਨਾ ਹੋਵੇ, ਪੂਰੀ ਤਰੀਕੇ ਨਾਲ ਬਰਬਾਦ ਹੋ ਗਿਆ। ਕਿੰਨੇ ਸਾਲ ਹੋ ਗਏ ਤੁਹਾਨੂੰ ਇਸੇ ਤਰੀਕੇ ਨਾਲ ਇਹ ਮੰਜ਼ਰ ਦੇਖਦੇ? ਮੁਆਵਜ਼ਾ ਲੈਂਦੇ ਜਾਂ ਮੁਆਵਜ਼ਾ ਐਲਾਨ ਹੋ ਜਾਂਦਾ, ਕਿੰਨੇ ਸਾਲ ਹੋ ਗਏ? ਕਾਫੀ ਚਿਰ ਹੋ ਗਈ, 25 ਸਾਲ ਹੋ ਗਏ ਸਰ। ਹਾਂ, 20-25 ਸਾਲ ਹੋ ਗਏ ਪਾਣੀ ਆਉਂਦੇ ਨੂੰ। ਜ਼ਿਆਦਾ ਮਿੱਟੀ ਦੀ ਮਾਰ ਆ ਜੀ, ਆਸੇ ਪਾਸੇ ਪਾਣੀ ਸਾਰਾ ਮਿੱਟੀ ਆਉਂਦਾ ਜੀ ਸਰ। ਉਮੀਦ ਟੁੱਟਦੀ ਹੈ ਜਦੋਂ ਇਸ ਤਰੀਕੇ ਨਾਲ ਹੁੰਦੀ ਹੈ ਕਿ ਯਾਰ ਕਈ ਵਾਰੀ ਕਿਸਾਨ ਇਹ ਵੀ ਸੋਚਦਾ ਹੋਣਾ ਕਿ ਫਸਲ ਬੀਜਣ ਦਾ ਫਾਇਦਾ ਕੀ, ਫਿਰ ਇਹੀ ਤਸਵੀਰ ਜਿਹੜੀ ਉਹ ਨਜ਼ਰ ਆਏਗੀ, ਜਾਂ ਕਿਸਾਨ ਨੂੰ ਉਮੀਦ ਹੁੰਦੀ ਹੈ ਕਿ ਸ਼ਾਇਦ ਇਸ ਵਾਰ ਮੌਸਮ ਦੀ ਮਾਰ ਨਾ ਪਵੇ? ਤੇ ਉਹ ਇਹ 23 ਸਾਲ ਤੋਂ ਉਮੀਦ ਨਾਲ ਹੀ ਜੀ ਰਹੇ ਜੀ ਵੀ ਇਸ ਸਾਲ ਨਹੀਂ ਤੇ ਅਗਲੇ ਸਾਲ ਸਹੀ, ਅਗਲੇ ਨਹੀਂ ਤੇ ਅਗਲੇ ਸਾਲ ਸਹੀ। ਇਹ ਭਰਾ ਨੇ ਜ਼ਮੀਨ ਠੇਕੇ ਜਿੱਦਾਂ ਜ਼ਮੀਨ ਲਈ ਤੁਸੀਂ ਠੇਕੇ ਤੇ ਲਈ ਸੀ ਜ਼ਮੀਨ? 45000 ਨੂੰ ਜ਼ਮੀਨ ਠੇਕੇ ਤੇ ਲਈ ਸੀ। 45000 ਪ੍ਰਤੀ ਏਕੜ? ਏਕੜ ਜੀ। ਆਪਦੀ ਇਹਨਾਂ ਕੁਝ ਕਿੰਨੀ ਜ਼ਮੀਨ ਲਈ ਸੀ ਤੁਸੀਂ? ਅਸੀਂ 4 ਕਿੱਲੇ ਲਈ ਸੀ, 2.5 ਕਿੱਲੇ ਆਪਦੀ ਆ, ਹਾਂ, ਤੇ ਉਹਦੇ ਵਿੱਚ ਪਹਿਲਾਂ ਨਰਮਾ ਸੀ, ਕੁਛ ਝੋਨਾ ਸੀ ਜੀ। ਕਿੰਨਾ 45000 ਉਹ ਦੇਣਾ 1 ਏਕੜ ਦਾ? 1 ਏਕੜ ਦਾ ਨਰਮੇ ਲਾਉਣ ਤੇ ਕਿੰਨਾ ਪੈਸਾ ਲੱਗ ਜਾਂਦਾ? 1 ਏਕੜ ਦੇ ਤਕਰੀਬਨ 5000 ਰੁਪਏ ਖਰਚਾ ਆ ਜਾਂਦਾ ਜੀ। 5000? ਹਾਂਜੀ। ਔਰ ਹੁਣ ਮੁਆਵਜ਼ਾ ਕਿੰਨਾ ਮਿਲੇਗਾ? ਮੁਆਵਜ਼ੇ ਦਾ ਕੋਈ ਉਮੀਦ ਨਹੀਂ ਜੀ। ਹਾਂਜੀ, ਨਾ ਪਹਿਲੇ ਵੀ ਵਾਅਦੇ ਹੋਏ ਆ, ਕੋਈ ਮੁਆਵਜ਼ਾ ਨਹੀਂ ਮਿਲਿਆ ਜੀ, ਨਾ ਉਮੀਦ ਹੈਗੀ ਹੈ ਜੀ। ਇਸ ਵਾਰ ਇਸ ਏਰੀਏ 'ਚ ਵੀ ਪਤਾ ਲੱਗ ਰਿਹਾ ਹੈ ਕਿ ਜਿਹੜੀ ਚਿੱਟੀ ਮੱਖੀ ਹੈ, ਵਾਈਟ ਫਲਾਈ, ਉਹਨੇ ਵੀ ਨਰਮਾ ਜਿਹੜਾ ਉਹ ਬਰਬਾਦ ਕੀਤਾ ਹੈ। ਜਿੱਥੇ ਪਾਣੀ ਦੀ ਵਜ੍ਹਾ ਕਰਕੇ ਨਹੀਂ, ਲੇਕਿਨ ਚਿੱਟੀ ਮੱਖੀ ਦੀ ਵਜ੍ਹਾ ਕਰਕੇ ਵੀ ਨੁਕਸਾਨ ਹੋਇਆ। ਤੇ ਉਹ ਇਹ ਭਾਈ ਚਿੱਟੀ ਮੱਖੀ ਨੂੰ ਕਹਿ ਦਈਏ ਜਾਂ ਗੁਲਾਬੀ ਸੁੰਡੀ ਕਹਿ ਦਈਏ ਜੀ, ਉਹਦਾ ਨਾਲ ਵੀ ਬਹੁਤ ਪ੍ਰਭਾਵਿਤ ਹੋਇਆ ਜੀ। ਕਈਆਂ ਕਿਸਾਨਾਂ ਨੇ ਉਧਰ ਸਾਬੋ ਕੇ ਤਲਵੰਡੀ ਵੱਲ ਨਰਮਾ ਵਾਹਤਾ ਸੀ, ਤੇ ਹੁਣ ਸਾਡੇ ਇੱਧਰ ਪਾਣੀ ਦੀ ਮਾਰ ਕਰਕੇ ਬਹੁਤ ਸਾਰਾ ਤੁਸੀਂ ਦੇਖ ਹੀ ਰਹੇ ਹੋ। ਮੈਂ ਪਿਛਲਾ ਪਿੰਡ ਦੇਖ ਰਿਹਾ ਸੀ, ਇੱਕ ਬਾਈ ਆਪਣਾ ਨਰਮਾ ਆਪ ਹੀ ਵਾਹ ਰਿਹਾ ਸੀਗਾ ਕਿਉਂਕਿ ਫਸਲ ਪੂਰੀ ਬਰਬਾਦ ਹੋ ਚੁੱਕੀ ਹੈ। ਸਾਡਾ ਖੁਦ ਦਾ 4 ਕਿੱਲੇ ਮੈਂ ਆਪਦਾ ਵਾਹਿਆ ਹੋਇਆ ਜੀ, ਤੇ ਹੁਣ ਫਿਰ ਉੱਪਰੋਂ ਬਾਰਿਸ਼ ਦਾ ਮੌਸਮ ਆ ਜੀ। 4 ਕਿੱਲੇ ਤੁਸੀਂ ਵਾਹਤਾ, 45000 ਰੁਪਇਆ ਤੁਸੀਂ ਠੇਕੇ ਦਾ ਦਿੱਤਾ, 5000 ਰੁਪਇਆ ਤੁਸੀਂ ਆਪਣਾ ਖਰਚਾ ਕੱਢਿਆ, ਉਸ ਤੋਂ ਬਾਅਦ ਵਾਹ ਦਿੱਤਾ ਜੀ। ਉਸ ਤੋਂ ਬਾਅਦ ਜੀ 2000 ਰੁਪਇਆ ਅਸੀਂ ਕਿਸੇ ਤੋਂ ਮਤਲਬ ਪਨੀਰੀ ਮੁੱਲ ਲਈ ਹੋਈ ਸੀ, ਠੀਕ ਹੈ ਜੀ। 2 ਵਾਰ ਕੱਲ ਉਹਨੂੰ ਸਾਈ ਵੀ ਇਹਨੇ 1000-2000 ਰੁਪਇਆ ਦੇ ਆਏ ਆ ਜੀ। ਅੱਜ ਫੇਰ ਪਾਣੀ ਦਾ ਲੈਵਲ ਉੱਥੇ ਆ ਗਿਆ, ਮੀਂਹ ਪੈ ਗਿਆ ਜੀ ਤੁਹਾਡੇ ਸਾਹਮਣੇ, ਤੇ ਸਾਡੀ ਜਿਹੜਾ ਮਤਲਬ ਜੇ ਹੋਏਗਾ ਸੀ ਕੁਝ, ਉਹ ਵੀ ਐਵੇਂ ਜਾ ਰਿਹਾ ਜੀ। ਹੁਣ ਸੋਲੂਸ਼ਨ ਕੀ ਹੈ? ਸੋਲੂਸ਼ਨ ਕੀ ਨਜ਼ਰ ਆਉਂਦਾ ਜਦੋਂ ਇਸ ਤਰੀਕੇ ਨਾਲ? ਇਹ ਦੇਖੋ ਪਿੱਛੋਂ ਤੱਕ ਇਹ ਥੋੜਾ ਉੱਚਾ ਏਰੀਆ ਆ ਗਿਆ ਤੇ ਇੱਥੋਂ ਬਚ ਗਿਆ, ਫਿਰ ਅੱਗੋਂ ਨੀਵਾਂ ਏਰੀਆ, ਫਿਰ ਅੱਗੇ ਇਹੀ ਤਸਵੀਰ ਹੈ। ਸੋਲੂਸ਼ਨ ਹੈ ਜੀ, ਕਿਉਂਕਿ ਇਹ ਜਿਹੜੇ ਸੇਮ ਵਾਲੇ ਡਰੇਨਾਂ ਨਿਕਲੀਆਂ ਨੇ, ਇਹ ਗਲਤ ਨਿਕਲੀਆਂ ਹੋਈਆਂ ਜੀ। ਇਹ ਕਦੇ ਚੜ੍ਹਦੇ ਵੱਲ ਨੂੰ ਪਾਣੀ ਨਹੀਂ ਜਾਂਦਾ ਜੀ, ਪਰ ਪਤਾ ਨਹੀਂ ਕਿਹੜੇ ਅਫਸਰ ਜੀ ਚੜ੍ਹਦੇ ਵੱਲ ਨੂੰ ਪਾਣੀ ਘਲਾਤੇ ਆ ਜੀ। ਹਾਂਜੀ, ਇਹ ਗਲਤ ਨਿਕਲੀਆਂ ਹੋਈਆਂ ਡਰੇਨਾਂ। ਸਾਡੀ ਵੀ ਇਹੋ ਹੀ ਮੁੱਖ ਮੰਤਰੀ ਸਾਹਿਬ ਨੂੰ ਇਹੀ ਮੰਗ ਸੀ ਕਿ ਡਰੇਨਾਂ ਦਾ ਸਰਵਾ ਕਰਾਓ, ਕਿ ਇਹਨੂੰ ਸਹੀ ਢੰਗ ਨਾਲ ਜਿੱਥੇ ਜਾਂਦੀਆਂ ਉੱਥੇ ਲਿਜਾਓ, ਕਿਉਂ ਪਿੰਡ ਮਾਰਨ ਤੇ ਹੋਇਆ ਜੀ। ਬਸ ਇਹੀ ਮੰਗ ਆ ਸਾਰੇ ਪਿੰਡ ਦੀ। ਏਰੀਆ ਤਾਂ 5 ਵਾਰੀ ਜਿਹੜੇ ਮੁੱਖ ਮੰਤਰੀ ਰਹਿ ਚੁੱਕੇ, ਉਹਨਾਂ ਨੇ ਇਹ ਚੀਜ਼ਾਂ ਦਾ ਹੱਲ ਨਹੀਂ ਕੀਤਾ, ਜਾਂ ਉਹਨਾਂ ਨੇ ਮੁਆਵਜ਼ਾ ਦੇਣ ਵਾਲੇ ਪਾਸੇ ਸੋਚਿਆ, ਜਾਂ ਕੀ ਕੁਛ ਸੀਗਾ?
ਚਲੋ ਜੀ ਐ ਜੀ ਮੁੱਖ ਜਦੋਂ ਸੇਮਨ ਵਾਲੇ ਨਿਕਲੇ ਸਨ ਨਾ ਜੀ ਹਾਂ ਅਸੀਂ ਬਾਦਲ ਸਾਹਿਬ ਨੇ ਚਲੋ ਕੱਢਿਆ ਸੀ, ਉਹਨਾਂ ਦੀ ਸੋਚ ਸੀ ਕਿ ਸੇਮ ਨਾਲੇ ਨਿਕਲ ਜਾਣ ਤੇ ਸੇਮ ਨਿਕਲ ਜੇ, ਅਸੀਂ ਵੀ ਇਹੀ ਸੋਚਦੇ ਆ। ਪਰ ਬਾਦਲ ਸਾਹਿਬ ਨੇ ਸੇਮ ਨਾਲੇ ਕੱਢੇ ਆ ਜੀ, ਪਰ ਅੱਗੋਂ ਗਲਤੀ ਅਫਸਰਾਂ ਦੀ ਆ ਜੀ, ਗਲਤ ਦਿਸ਼ਾ ਵੱਲ ਕੱਢਤੇ ਆ ਜੀ, ਰਾਤੋਂ ਰਾਤ ਚੁੱਕ ਕੇ ਝੰਡੀਆਂ ਕਿਤੇ ਬਦਲ ਕੇ ਕਿਤੇ ਗਈਆਂ ਚਲੀਆਂ ਜੀ। ਪਰ ਅਸੀਂ ਤਾਂ ਉਹਦੀ ਹਰ ਵਾਰੀ ਇਹੀ ਮੰਗ ਕਰਦੇ ਆ ਕਿ ਉਹਦੀ ਕਾਰਵਾਈ ਕਰਵਾਓ। ਜਿਹੜੇ ਅਫਸਰਾਂ ਨੇ ਇੰਨਾ ਚਿਰ ਹੋ ਗਿਆ, 20 ਸਾਲ ਹੋ ਗਿਆ ਸਾਡੇ ਮੁੱਖ ਮੰਤਰੀ ਜਦੋਂ ਭਗਵੰਤ ਮਾਨ ਆਏ ਸੀ ਉਹਨਾਂ ਨੂੰ ਕਿਹਾ ਕਿ ਅਫਸਰਾਂ ਤੇ ਕਾਰਵਾਈ ਹੋਵੇ। ਬਿਲਕੁਲ ਜੀ ਕਿਹਾ ਜੀ, ਮੁੱਖ ਮੰਤਰੀ ਨੇ ਕੀ ਕਿਹਾ ਸੀ? ਕਹਿੰਦੇ ਕਿ ਪੂਰੀ ਕਾਰਵਾਈ ਕਰਵਾਵਾਂਗੇ, ਸਾਰੀ ਇਨਕੁਆਇਰੀ ਕਰਵਾਵਾਂਗੇ, ਜੋ ਵੀ ਜਿੱਥੇ ਵੀ ਗਲਤੀ ਹੋਈ ਉੱਥੇ ਜ਼ਰੂਰ ਆਪਾਂ ਫੜਾਂਗੇ। ਇਹ ਇੱਧਰ ਝੋਨਾ ਬੀਜਿਆ ਸੀ, ਨਰਮਾ ਇੱਧਰ ਬੀਜਿਆ? ਝੋਨਾ ਜੀ, ਹਾਂ, ਇਹ ਸਾਰਾ ਏਰੀਆ ਝੋਨਾ ਬੀਜਿਆ ਹੋਇਆ ਸੀ, ਝੋਨਾ ਬੀਜਿਆ ਹੋਇਆ ਸੀ। ਆਹ ਦੇਖੋ ਮਾੜੇ ਮਾੜੇ ਦਿਸਦੇ ਜੀ, ਝੋਨਾ ਬਹੁਤ ਵੱਡਾ ਵੱਡਾ ਹੋ ਗਿਆ ਸੀ ਝੋਨਾ ਜੀ, ਖਾਦਾਂ ਪੈ ਗਈਆਂ ਸੀ, ਮੰਨ ਕੇ ਚਲੋ ਜੀ ਅੱਧਾ ਖਰਚਾ ਹੋ ਗਿਆ ਸੀ ਇਹਨਾਂ ਤੇ। ਹਾਂਜੀ ਆ ਕੱਲ ਹੀ ਹੁਣ ਇੱਕ ਬੜਾ ਵੱਡਾ ਪਰਸੋਂ ਹਾਦਸਾ ਹੋਇਆ ਸਾਡੇ ਇਸੇ ਡਰੇਨ ਦੇ ਵਿੱਚ। ਇੱਕ ਬੱਚਾ ਡੁੱਬ ਗਿਆ ਜੀ, 10 ਸਾਲ ਦਾ, 10-12 ਸਾਲ ਦਾ ਬੱਚਾ ਸੀ, ਉਹ ਡੁੱਬ ਗਿਆ ਤੇ ਉਹਦੀ ਡੈਥ ਹੋ ਗਈ। ਬਾਅਦ ਚ ਕੱਢਿਆ ਗਿਆ, ਮੰਨ ਲਓ NDRF ਦੀ ਟੀਮ ਵੱਲੋਂ, ਮੌਤ ਹੋ ਗਈ ਪਰ ਤੇ ਉਹਨਾਂ ਦੀ ਡੈਥ ਹੋ ਗਈ। ਸੋ ਕਿੰਨੇ ਭਿਆਨਕ ਹਾਦਸੇ ਆ। ਅਸੀਂ ਮੰਨ ਲਓ ਪ੍ਰਸ਼ਾਸਨ ਨੂੰ ਜਾਂ ਉਹ ਭੈਣ ਆ ਵਿਚਾਰੀ ਜਿਹੜੀ, ਉਹਨਾਂ ਦੀਆਂ 2 ਬੇਟੀਆਂ ਵੀ ਆ, ਇੱਕ ਬੇਟਾ ਸੀ, ਉਹਨਾਂ ਨੂੰ ਵੀ ਜ਼ਰੂਰ ਮੰਗ ਕਰਦੇ ਆ ਵੀ ਉਹਨਾਂ ਦੀ ਵੀ ਕੋਈ ਵਿੱਤੀ ਮਦਦ ਕੀਤੀ ਜਾਵੇ, ਕਿਉਂਕਿ ਬਹੁਤ ਹੀ ਵਿਚਾਰੇ ਗਰੀਬ ਦੀ ਸਥਿਤੀ ਨਾਲ ਵੀ ਥੱਲੇ ਜਾ ਕੇ ਉਹ ਆਪਦਾ ਗੁਜ਼ਾਰਾ ਕਰ ਰਹੀ। ਤੇ ਇਹ ਹੁਣ ਮੰਨ ਲਓ ਚਾਹੇ ਉਸ ਟਾਈਮ ਦੇ ਅਫਸਰਾਂ ਦੀ ਨਲਾਇਕੀ ਲਾ ਲਓ, ਕਿਸੇ ਦੀ ਨਾਲ, ਜਿਹੜੀ ਮਾਂ ਦਾ ਪੁੱਤ ਅੱਜ ਡੁੱਬ ਕੇ ਜਹਾਨ ਛੱਡ ਗਿਆ, ਉਹ ਵਾਪਸ ਨਹੀਂ ਮੁੜ ਸਕਦਾ। ਪਿੰਡ ਵਾਲੇ ਹੁਣ ਕੀ ਕਰ ਰਹੇ ਆਪਣੇ ਪੱਧਰ ਤੇ? ਕਿਉਂਕਿ ਪਿੰਡ ਵਾਲਿਆਂ ਨੂੰ ਪਤਾ ਹੈ ਕਿ ਅਫਸਰਾਂ ਦੀ ਲੇਟ ਲਤੀਫੀ ਹੁੰਦੀ ਹੈ ਜਾਂ ਸਮੇਂ ਤੇ ਨਹੀਂ ਚੀਜ਼ਾਂ ਹੁੰਦੀਆਂ। ਮੈਂ ਪਿੱਛੇ ਦੇਖਿਆ ਬੰਨ ਵੀ ਆਪ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਬੋਰੀਆਂ ਲਾਈਆਂ ਹੋਈਆਂ ਸੀ, ਲੇਕਿਨ ਫਰਕ ਜ਼ਿਆਦਾ ਨਹੀਂ ਪਿਆ, ਕੋਸ਼ਿਸ਼ ਜ਼ਰੂਰ ਕੀਤੀ ਹੋਈ ਸੀ। ਹਾਂ ਬਿਲਕੁਲ ਜੀ, ਬੰਨ ਖੈਰ ਪਾਣੀਆਂ ਨੂੰ, ਬੜੀ ਪੰਜਾਬੀ 'ਚ ਕਹਾਵਤ ਹੈ, ਪਾਣੀਆਂ ਨੂੰ ਬੰਨ ਨਹੀਂ ਲੱਗਦੇ। ਜਦੋਂ ਪਾਣੀ ਇੰਨਾ ਹੋ ਜਾਂਦਾ, ਉਹ ਵੀ 2-3 ਵਾਰੀ ਟੁੱਟ ਗਿਆ, ਗੱਟੇ ਲਾਉਂਦੇ ਆ, ਰੁੜ ਜਾਂਦੇ, ਬੰਨ ਟੁੱਟ ਜਾਂਦੇ ਆ। ਸੋ ਇਹ ਤਾਂ ਕਿਸੇ ਵੱਡੇ ਲੈਵਲ ਤੇ ਕਾਰਵਾਈ ਹੋਵੇ, ਇਹਨਾਂ ਦੀ ਡਰੇਨਾਂ ਦੀ ਡਾਇਰੈਕਸ਼ਨ ਸਹੀ ਕੀਤੀ। ਇਹ ਕਿੰਨਾ ਕੁ ਡੂੰਘਾ ਇਹਦੇ ਵਿੱਚ ਭਾਜੀ ਹੁਣ ਤਾਂ ਮੈਨੂੰ ਐਂ ਲੱਗਦਾ ਵੀ 3 ਫੁੱਟ 4 ਫੁੱਟ 3 ਫੁੱਟ ਪਾਣੀ ਹੋਊਗਾ, 3.5 ਫੁੱਟ ਜਾਂ 4 ਫੁੱਟ ਦੇ ਲਗਭਗ। ਇਹ ਸੇਮ ਨਾਲ, ਜਦੋਂ ਇਹ ਸੇਮ ਨਾਲ ਅੱਜ 2-3 ਫੁੱਟ ਡਾਊਨ ਹੋ ਗਿਆ, ਪਰ ਸ਼ਾਮ ਤੱਕ ਇਹਨੇ ਫਿਰ ਜ਼ਿਆਦਾ ਉੱਪਰ ਹੋਏ ਨਾ, ਕਿਉਂਕਿ ਬਾਰਿਸ਼ ਬਹੁਤ। ਸੁਸ਼ਿੰਦਰ, ਇਹ ਤਸਵੀਰ ਸੇਮ ਨਾਲੇ ਦੀ ਦਿਖਾਓ, ਇਸ ਦੀ ਵਜ੍ਹਾ ਕਰਕੇ ਜਿਹੜਾ ਨੁਕਸਾਨ ਹੁੰਦਾ ਹੋਇਆ ਨਜ਼ਰ ਆਉਂਦਾ। ਬਿਲਕੁਲ ਜੀ, ਇਹ ਵੇਖੋ ਇੱਧਰ ਵੀ ਵਿਖਾਓ ਜੀ, ਇਹ ਇੱਕ ਸੇਮ ਨਾਲਾ, ਇਹ ਬੋਦੀ ਵਾਲਾ ਡਰੇਨ ਆ। ਇਹ ਬੰਦ ਕੀਤਾ ਹੋਇਆ? ਬੰਦ ਇਸ ਲਈ ਕੀਤਾ ਹੋਇਆ ਕਿ ਇਹਦਾ ਪਾਣੀ ਜਿਹੜਾ ਇਸ ਡਰੇਨ ਨਾਲੋਂ ਲਗਭਗ 1-2 ਫੁੱਟ ਉੱਪਰ ਚੱਲਦਾ। ਜਦੋਂ ਉੱਪਰ ਚੱਲਦਾ ਤੇ ਇਹਦਾ ਪਾਣੀ ਬੈਕ ਪਿੰਡ ਨੂੰ ਚੱਲ ਜਾਂਦਾ। ਇਹ ਸਾਰਾ ਪਾਣੀ ਇਸ ਸੇਮ ਨਾਲ ਦਾ ਇਸ ਏਰੀਆ ਨੂੰ ਟੁੱਟ ਜਾਂਦਾ ਤੇ ਫਸਲਾਂ ਬਰਬਾਦ ਹੋ ਜਾਂਦੀਆਂ। ਪਿੰਡ ਵੱਲ ਨੂੰ ਅਸੀਂ ਟੁੱਟਣ ਨਹੀਂ ਦਿੰਦੇ ਵੀ ਚਲੋ ਫਸਲਾਂ ਤਾਂ ਬਰਬਾਦ ਹੀ ਆ, ਕੋਈ ਪਿੰਡ ਬਚ ਜੇ। ਤਾਂ ਇਹ ਤਸਵੀਰ ਹੈ ਵੱਖ-ਵੱਖ ਥਾਵਾਂ ਦੀ, ਵੱਖ-ਵੱਖ ਇਲਾਕਿਆਂ ਦੀ, ਮਾਲਵੇ ਦੇ ਇਲਾਕਿਆਂ ਦੀ, ਔਰ ਇੱਥੇ ਕਿਸ ਤਰੀਕੇ ਦੇ ਨਾਲ ਹਾਲਾਤ ਹੈ। ਹੋਰ ਵੀ ਤਸਵੀਰਾਂ ਦਿਖਾਵਾਂਗੇ ਅਗਲੇ ਪਿੰਡਾਂ 'ਚ ਜਾ ਕੇ ਕਿ ਕਿਸ ਤਰੀਕੇ ਦਾ ਮਾਹੌਲ ਜਿਹੜਾ ਵਾ ਉਹ ਨਜ਼ਰ ਆਉਂਦਾ ਹੈ, ਕਿਉਂਕਿ ਹਰ ਸਾਲ ਇੱਕੋ ਕਹਾਣੀ ਨਜ਼ਰ ਹੁੰਦੀ ਹੈ। ਕਿਸਾਨ ਆਪਣੀ ਬਰਬਾਦੀ ਦਾ ਨਜ਼ਾਰਾ ਖੁਦ ਦੇਖਦਾ ਵਾ ਔਰ ਉਸ ਤੋਂ ਬਾਅਦ ਸਰਕਾਰਾਂ ਮੁਆਵਜ਼ਾ ਦੇਣ ਦਾ ਐਲਾਨ ਕਰਦੇ ਹੋਏ ਨਜ਼ਰ ਆਉਂਦੇ ਆ। ਲੇਕਿਨ ਅਗਰ ਸੋ ਨਿਊਜ਼ 18 ਪੰਜਾਬ ਦੀ ਟੀਮ ਗਰਾਊਂਡ ਜ਼ੀਰੋ ਤੇ ਪਹੁੰਚੀ ਹੈ। ਗਰਾਊਂਡ ਜ਼ੀਰੋ ਦੇ ਤੁਹਾਨੂੰ ਹਾਲਾਤ ਵਿਖਾਏ ਨੇ। ਮੁਕਤਸਰ ਦਾ ਪਿੰਡ ਹੈ ਮਿੱਡਾ, ਮੀਂਹ ਦੇ ਕਾਰਨ, ਹੜ੍ਹਾਂ ਦੇ ਕਾਰਨ ਕਿੰਨੇ ਵੱਡੇ ਪੱਧਰ ਤੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋ ਚੁੱਕਿਆ ਹੈ। ਦੂਰ ਦੂਰ ਤੱਕ ਜਿੱਥੇ ਵੀ ਨਜ਼ਰ ਜਾਂਦੀ ਹੈ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਪਿਛਲੇ ਦਿਨੀ ਗੱਲ ਕੀਤੀ ਜਾਵੇ ਤਾਂ ਲੰਬੀ ਦਾ ਫਾਜ਼ਿਲਕਾ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦੌਰਾ ਵੀ ਕੀਤਾ ਗਿਆ ਸੀਗਾ। ਉਹਨਾਂ ਦੇ ਵੱਲੋਂ ਇਹ ਵੀ ਭਰੋਸਾ ਦਿੱਤਾ ਗਿਆ ਸੀਗਾ ਕਿ ਗਾਉਂ ਅਜਿਹੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਅਜਿਹੇ ਹਾਲਾਤ ਨਾ ਬਣਨ। ਪਰ ਹਰ ਵਾਰ ਜਦੋਂ ਵੀ ਮਾਨਸੂਨ ਦਾ ਸੀਜ਼ਨ ਹੁੰਦਾ, ਜਦੋਂ ਵੀ ਲਗਾਤਾਰ ਮੀਂਹ ਪੈਂਦੇ ਤੇ ਅਜਿਹੀਆਂ ਤਸਵੀਰਾਂ ਜਿਹੜੀਆਂ ਪੰਜਾਬ ਦੀਆਂ ਵੱਖ-ਵੱਖ ਜਗ੍ਹਾਵਾਂ ਤੋਂ ਕੈਮਰੇ ਦੇ ਵਿੱਚ ਕੈਦ ਹੁੰਦੀਆਂ ਨੇ। ਪਿੰਡ ਮਿੱਡਾ ਦਾ ਮੁਕਤਸਰ ਜ਼ਿਲ੍ਹੇ ਦੇ ਵਿੱਚ ਪਿੰਡ ਮਿੱਡਾ ਪੈਂਦਾ ਤੇ ਹਾਲਾਤ ਕਿਸ ਤਰ੍ਹਾਂ ਦੇ ਨੇ, ਆਖਿਰਕਾਰ ਹੁਣ ਕਿਸਾਨਾਂ ਤੇ ਕੀ ਬੀਤ ਰਹੀ ਹੈ। ਕਿਉਂਕਿ ਜਦੋਂ ਕਿਸਾਨਾਂ ਦੇ ਵੱਲੋਂ ਝੋਨਾ ਲਗਾਇਆ ਗਿਆ, ਨਰਮਾ ਬੀਜਿਆ ਗਿਆ, ਬਹੁਤ ਸਾਰੀਆਂ ਆਸਾਂ ਉਮੀਦਾਂ ਹੁੰਦੀਆਂ ਨੇ ਕਿ ਉਹਨਾਂ ਦੀ ਫਸਲ ਜਿਹੜੀ ਪੱਕੇਗੀ ਤੇ ਮੰਡੀ ਦੇ ਵਿੱਚ ਵਿਕੇਗੀ ਤੇ ਜਿਹੜੇ 4 ਪੈਸੇ ਉਹ ਘਰ ਆਉਣਗੇ। ਪਰ ਜਦੋਂ ਅਜੇ ਜੋਬਨ ਤੇ ਪਹੁੰਚਣਾ ਹੋਵੇ ਫਸਲ ਨੇ ਤੇ ਮੀਂਹ ਦੀ ਭੇਂਟ ਚੜ ਜੇ, ਮੀਂਹ ਦੀ ਭੇਂਟ ਚੜ ਕੇ ਫਸਲ ਪੂਰੀ ਖਰਾਬ ਹੋ ਜਾਵੇ, ਬਰਬਾਦ ਹੋ ਜਾਵੇ। ਸੋ ਆਪਣੇ ਆਪ ਦੇ ਵਿੱਚ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਉਹਨਾਂ ਕਿਸਾਨਾਂ ਦੇ ਦਿਲ ਤੇ ਕੀ ਬੀਤੀ ਹੋਵੇਗੀ। ਸੋ ਗਰਾਊਂਡ ਜ਼ੀਰੋ ਤੇ ਟੀਮ ਪਹੁੰਚੀ ਹੋਈ ਹੈ। ਸਾਡੇ ਸਹਿਯੋਗੀ ਪੰਕਜ ਕਪਾਹੀ ਦੇ ਵੱਲੋਂ ਪੂਰੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਹੈ ਤੇ ਨਾਲ ਹੀ ਉਹ ਪੀੜਤ ਕਿਸਾਨਾਂ ਦੀ ਆਵਾਜ਼ ਵੀ ਅਸੀਂ ਦੂਰ ਤੱਕ ਪਹੁੰਚਾ ਰਹੇ ਹਾਂ, ਸਰਕਾਰਾਂ ਤੱਕ ਪਹੁੰਚਾ ਰਹੇ ਹਾਂ, ਤਾਂ ਕਿ ਇਸ ਗੱਲ ਦਾ ਵੀ ਅਹਿਸਾਸ ਹੋ ਸਕੇ, ਪਤਾ ਲੱਗ ਸਕੇ ਕਿ ਆਖਿਰਕਾਰ ਇਸ ਮੀਂਹ ਨੇ, ਇਹਨਾਂ ਹੜ੍ਹਾਂ ਨੇ ਕਿਸਾਨਾਂ ਦਾ ਖਾਸ ਤੌਰ ਤੇ ਕਿਵੇਂ ਵੱਡੇ ਪੱਧਰ ਤੇ ਨੁਕਸਾਨ ਕੀਤਾ। ਕਿਉਂਕਿ ਤਸਵੀਰਾਂ ਵੇਖੀਆਂ ਜਾ ਸਕਦੀਆਂ ਨੇ, ਦੂਰ ਦੂਰ ਤੱਕ ਜਿੱਥੇ ਵੀ ਨਜ਼ਰ ਜਾਂਦੀ ਹੈ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ।
ਤਾਂ ਹੜ੍ਹਾਂ ਵਰਗੇ ਹਾਲਾਤ ਮਾਲਵੇ ਦੇ ਵਿੱਚ ਬਣੇ ਹੋਏ ਨੇ। ਲਗਾਤਾਰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੂਰੀ ਦੀ ਪੂਰੀ ਫਸਲ ਚਾਹੇ ਨਰਮੇ ਦੀ ਹੋਵੇ ਝੋਨੇ ਦੀ ਹੋਵੇ ਬਰਬਾਦ ਹੁੰਦੀ ਹੋਈ ਨਜ਼ਰ ਆਈ ਹੈ। ਕਿਸਾਨ ਨੇ ਆਪਣੀ ਲਗਾਤਾਰ ਫਸਲ ਬਰਬਾਦ ਹੁੰਦੀ ਦੇਖੀ ਹੈ। ਤਾਂ ਇਹ ਤਸਵੀਰ ਹੈ ਕਿਸ ਤਰੀਕੇ ਦੇ ਨਾਲ ਕਿਸੇ ਨੇ ਪੱਠੇ ਲਾਏ ਸੀ, ਕਿਸੇ ਨੇ ਨਰਮਾ ਲਾਇਆ ਸੀ, ਪੂਰੀ ਤਰੀਕੇ ਨਾਲ ਬਰਬਾਦ ਹੋ ਗਿਆ ਔਰ ਘਰ ਦੇ ਅੰਦਰ ਤੱਕ ਪਾਣੀ ਪੈ ਗਿਆ। ਦੱਸ ਰਹੇ ਸੀਗੇ ਕਿ ਇੱਥੇ ਦਰਾਰਾਂ ਵੀ ਜਿਹੜੀਆਂ ਨੇ ਉਹ ਆ ਗਈਆਂ ਨੇ ਔਰ ਮੁੱਖ ਮੰਤਰੀ ਵੀ ਜਦੋਂ ਆਏ ਸੀਗੇ ਤਾਂ ਇਸ ਘਰ ਨੂੰ ਦੇਖ ਕੇ ਗਏ ਸੀਗੇ। ਕਿਵੇਂ ਇਦਾਂ ਹੀ ਦਿੱਲੀ ਪਾਣੀ ਦੇ ਵਿੱਚੋਂ ਲੰਘ ਕੇ ਤੁਸੀਂ ਜਾਂਦੇ ਹੋ ਜਾਂ ਕਿਵੇਂ ਇੱਥੋਂ ਨਿਕਲਦੇ ਹੋ? ਪਿੰਡ ਰਹਿ ਰਹੇ ਆ, ਮਤਲਬ ਮੇਰੀ ਫੈਮਿਲੀ ਪੂਰੀ ਉੱਥੇ ਸ਼ਿਫਟ ਹੋ ਗਈ ਆ। ਇਹ ਘਰ ਛੱਡਣ ਨੂੰ ਮਜਬੂਰ ਹੋ ਗਏ? ਘਰ ਛੱਡਣ ਨੂੰ ਮਜਬੂਰ ਇਸ ਕਰਕੇ ਹੋ ਗਏ ਵੀ ਪਤਾ ਨਹੀਂ ਕਿਸ ਵੇਲੇ ਮਤਲਬ ਇਹ ਥੱਲੇ ਧੱਸ ਜਾਵੇ, ਕਿਉਂਕਿ ਪਹਿਲਾਂ ਇੱਥੇ ਸੇਮ ਦਾ ਬਹੁਤ ਜ਼ਿਆਦਾ ਜ਼ੋਰ ਰਿਹਾ ਹੈ ਤੇ ਉਹ 97 ਤੋਂ ਬਾਅਦ ਇਹ ਸੇਮ ਨਾਲੇ ਕੱਢੇ। ਉਸ ਤੋਂ ਬਾਅਦ ਮਤਲਬ ਕੰਪਲੀਟਲੀ ਕਰਦੇ ਮਕਾਨ ਹੁਣ ਜੇ ਕੰਪਲੀਟ ਵੀ ਨਹੀਂ ਹੋਇਆ, ਅੰਦਰੋਂ ਤਾਂ ਅਜੇ ਕੱਚਾ ਹੀ ਆ ਤੇ ਹੁਣ ਕਈ ਜਗ੍ਹਾ ਤੇ ਮਕਾਨ ਦੇ ਅੰਦਰ ਤੇੜਾਂ ਆ ਗਈਆਂ। ਮੁੱਖ ਮੰਤਰੀ ਸਾਹਿਬਾਨ ਇੱਥੇ ਆਏ, ਉਹ ਖੜੇ ਰਹੇ ਰੋਡ ਦੇ ਉੱਪਰ। ਉਹਨਾਂ ਨੇ ਆਪਣੇ ਸੋਸ਼ਲ ਸਾਈਟ ਜਿਹੜਾ ਪੇਜ ਆ ਮਤਲਬ ਉਹਦੇ ਉੱਪਰ ਉਹਨਾਂ ਨੇ ਇਸ ਮਕਾਨ ਦੀ ਫੋਟੋ ਵੀ ਸ਼ੇਅਰ ਕੀਤੀ ਆ। ਹੁਣ ਫਸਲ ਤੁਹਾਡੀ ਇਹ ਸਾਰੀ ਲੱਗੀ ਹੋਈ ਸੀ ਬਰਬਾਦ ਹੋ ਗਈ ਪੂਰੀ ਤਰੀਕੇ ਦੇ ਨਾਲ? ਹਾਂਜੀ, ਇੱਥੇ ਆਪਣਾ ਝੋਨਾ ਲੱਗਾ ਹੋਇਆ ਸੀ ਜਿਹੜਾ ਆਪਾਂ 4000 ਰੁਪਏ ਕਿੱਲੇ ਦੀ ਲਵਾਈ ਦੇ ਨਾਲ ਦਿੱਤਾ ਸੀਗਾ। ਜ਼ਮੀਨ ਦਾ ਡੀਜ਼ਲ ਵੀ ਦੇਖ ਲਓ ਕੀ ਰੇਟ ਆ, ਮਤਲਬ ਉਹ 10000 ਰੁਪਏ ਕਿੱਲਾ ਦੇ ਹਿਸਾਬ ਨਾਲ 4 ਕਿੱਲਿਆਂ ਦੇ ਉੱਪਰ ਤੋਂ ਮਤਲਬ ਜ਼ਿਆਦੀ ਫਸਲ ਸੀ ਮੇਰੀ ਜੋ ਤਬਾਹ ਹੋ ਗਈ। ਪਾਣੀ ਨਿਕਲੇਗਾ ਕਿਵੇਂ ਇੱਥੋਂ? ਪਾਣੀ ਕੋਈ ਮਸ਼ੀਨ ਲਾ ਕੇ ਕੱਢੋਗੇ, ਮੋਟਰ ਲਾ ਕੇ ਕੱਢੋਗੇ ਜਾਂ ਪਾਣੀ ਨਿਕਲਣ ਦਾ ਹੁਣ ਜ਼ਰੀਆ ਕੀ ਹੈ? ਜ਼ਰੀਆ ਇੱਦਾਂ ਜੀ ਵੀ ਜਿਹੜੀ ਮਹਿਰਾਜ ਡਰੇਨ ਆ ਉਹ ਇਸ ਤੋਂ ਆਲਰੇਡੀ 5-7 ਫੁੱਟ ਉੱਪਰ ਚੱਲ ਰਹੀ ਆ। ਜਦੋਂ ਹੀ ਉਹ ਸੇਮ ਨਾਲਾ ਡਾਊਨ ਹੋਵੇਗਾ ਉਦੋਂ ਹੀ ਮਤਲਬ ਪਾਣੀ ਨਿਕਲਣਾ ਸੰਭਵ ਹੈ, ਨਹੀਂ ਤਾਂ ਕੋਈ ਹੋਰ ਰਸਤਾ ਨਹੀਂਗਾ ਜੀ। ਤੇ ਘਰ ਪੂਰੀ ਤਰੀਕੇ ਨਾਲ ਹੁਣ ਖਾਲੀ ਪਿਆ? ਘਰ ਦੇ ਵਿੱਚ ਕੋਈ ਨਹੀਂ ਹੈ? ਘਰ ਦੇ ਵਿੱਚ ਕੋਈ ਨਹੀਂ। ਮੇਰੀ ਪੂਰੀ ਫੈਮਿਲੀ ਜੋ ਮੇਰੀ ਵਾਈਫ ਆ, ਮੇਰੀ ਬੇਟੀ ਆ, ਮੇਰੇ ਫਾਦਰ ਮਦਰ, ਉਹ ਅਸੀਂ ਇੱਥੋਂ ਸ਼ਿਫਟ ਹੋ ਚੁੱਕੇ ਹਾਂ ਜੀ। ਤਾਂ ਇਹ ਦੇਖੋ ਘਰ ਦਾ ਮੰਜ਼ਰ, ਕਿਸ ਤਰੀਕੇ ਨਾਲ ਪਾਣੀ ਘਰ ਦੇ ਅੰਦਰ ਵੜਿਆ ਔਰ ਘਰ ਛੱਡਣ ਨੂੰ ਮਜਬੂਰ ਹੈ। ਤਾਂ ਪਿੰਡ ਦੇ ਅੰਦਰ ਤੁਸੀਂ ਕਿਸੇ ਆਪਣੇ ਰਿਸ਼ਤੇਦਾਰ ਕੋਲ ਰਹਿ ਰਹੇ ਹੋ ਜਾਂ ਕਿਵੇਂ ਤੁਸੀਂ ਜਿਹੜਾ ਵਾ ਹੁਣ ਪਿੰਡ 'ਚ ਕਿੰਦੇ ਕੋਲ ਰਹਿ ਰਹੇ ਹੋ? ਪਿੰਡ ਦੇ ਅੰਦਰ ਮੇਰੇ ਚਾਚਾ ਜੀ ਰਹਿੰਦੇ ਆ, ਅਸੀਂ ਉਹਨਾਂ ਦੇ ਕੋਲ ਉੱਥੇ ਗਏ ਹੋਏ ਆ ਜੀ। ਹਾਂਜੀ, ਉਹਨਾਂ ਦੇ ਕੋਲ ਹੀ ਮਤਲਬ ਰਹਿ ਰਹੇ ਆ। ਮੈਂ ਆਪਦੀ ਮਿਸਿਸ ਨੂੰ ਕਿਤੇ ਮਤਲਬ ਰਿਸ਼ਤੇਦਾਰੀ ਦੇ ਵਿੱਚ ਥੋੜਾ ਸ਼ਿਫਟ ਕਰਕੇ ਆਇਆ। ਉਹ ਬੱਚੀ ਆ ਮਤਲਬ ਛੋਟੀ ਜੀ ਮੇਰੀ। ਤੇ ਦਰਾਰਾਂ ਘਰ ਦੇ ਵਿੱਚ ਪੈ ਗਈਆਂ? ਹਾਂਜੀ, ਦਰਾਰਾਂ ਪਿੱਛੇ ਮਤਲਬ ਘਰ ਦੇ ਵਿੱਚ ਆ ਗਈਆਂ ਨੇ। ਕੀ ਹੁੰਦਾ ਵੀ ਜਿੱਦਾਂ ਮੁੱਖ ਮੰਤਰੀ ਸਾਹਿਬਾਨ ਵੀ ਆਏ, MLA ਸਾਹਿਬ ਵੀ ਸਾਡੇ ਗੁਰਮੀਤ ਸਿੰਘ ਖੁੱਡੀਆਂ ਵੀ ਆਏ, DC ਸਾਹਿਬਾਨ, ਪ੍ਰਸ਼ਾਸਨ ਪੂਰਾ ਉਹਨਾਂ ਨਾਲ ਆਇਆ। ਗੱਲ ਇਹ ਨਹੀਂ ਕਿ ਵੀ ਮੁੱਖ ਮੰਤਰੀ ਸਾਹਿਬਾਨ ਨੇ ਜਾਂ ਦਿਸ਼ਾ ਨਿਰਦੇਸ਼ ਨਹੀਂ ਦਿੱਤੇ, ਉਹਨਾਂ ਨੇ ਕਿਹਾ ਵੀ ਚੱਪੇ ਦੀ ਭਰਪਾਈ ਕੀਤੀ ਜਾਊਗੀ। ਅਸੀਂ ਉਹਨਾਂ ਦੇ ਮਤਲਬ ਇਸ ਚੀਜ਼ ਤੋਂ ਬਹੁਤ ਮਤਲਬ ਪ੍ਰਸ਼ੰਸਾ ਕਿ ਉਹਨਾਂ ਨੇ ਸਾਡੀ ਮਤਲਬ ਬਾਂਹ ਫੜੀ ਜਾਂ ਔਖੇ ਵੇਲੇ ਇੱਥੇ ਆਏ। ਪਰ ਕੀ ਹੁੰਦਾ ਵੀ ਪ੍ਰਸ਼ਾਸਨ ਕੱਲ ਨੂੰ ਜਾਂ ਸਰਕਾਰਾਂ ਇਹ ਕਹਿ ਦਿੰਦੀਆਂ ਨੇ ਵੀ ਕਿਤੇ ਨਾ ਕਿਤੇ ਵੀ ਜਿੰਨਾ ਚਿਰ ਮਕਾਨ ਡਿੱਗਦਾ ਨਹੀਂਗਾ, ਉਹਦੀ ਛੱਤ ਨਹੀਂ ਡਿੱਗਦੀਗੀ, ਜਿੰਨਾ ਚਿਰ ਉਹ ਬਹਿੰਦਾ ਨਹੀਂ, ਅਸੀਂ ਉਹਦਾ ਮੁਆਵਜ਼ਾ ਨਹੀਂ ਦੇ ਸਕਦੇ। ਜਾਂ ਅਧਿਕਾਰੀਆਂ ਨੇ ਕਿਹਾ ਤੁਹਾਨੂੰ? ਮਤਲਬ ਅਧਿਕਾਰੀ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ 'ਚ ਮੈਨੂੰ ਇਹ ਗੱਲ ਕਹਿ ਸਕਦੇ ਨੇ ਵੀ ਯਾਰ ਮਕਾਨ ਦੀ ਤਾਂ ਛੱਤ ਨਹੀਂ ਡਿੱਗੀ, ਅਸੀਂ ਤੁਹਾਡੀ ਚੱਪੇ ਦੀ ਭਰਪਾਈ ਕਿੱਦਾਂ ਕਰ ਦਈਏ। ਉਹ ਮੈਂ ਇਹ ਕਹਿਣਾ ਚਾਹੁੰਦਾ ਵੀ ਜੋ ਵੀ ਇੰਜੀਨੀਅਰ ਜਾਂ ਜੋ ਵੀ ਸਰਵੇਅਰ ਨੇ ਉਹਨਾਂ ਕੋਲ ਜਾਂ ਵੀ ਉਹਨਾਂ ਦੇ ਆਰਕੀਟੈਕਟ ਕੁਝ ਵੀ ਉਹਨਾਂ ਕੋਲ, ਉਹ ਮੇਰੇ ਮਕਾਨ ਦੀ ਲਾਈਫ ਦੇ ਹਿਸਾਬ ਨਾਲ ਜੋ ਵੀ ਮੇਰੀ ਇਹਦੀ ਲਾਈਫ ਦੇ ਵਿੱਚ ਘੱਟ ਸਮਾਂ ਬੀਤੂਗਾ ਹੁਣ ਮੇਰਾ, ਉਸ ਹਿਸਾਬ ਨਾਲ ਇਹਦਾ ਮੁਆਵਜ਼ਾ ਦਿੱਤਾ ਜਾਵੇ। ਮੇਰੇ ਫਸਲ ਇਹ ਪਹਿਲੀ ਵਾਰ ਬਰਬਾਦ ਹੋਈ ਹੈ ਤੁਹਾਡੀ ਜਾਂ ਕਿਵੇਂ? ਕਿਉਂਕਿ ਇੱਥੋਂ ਤਾਂ ਨਿਕਲਣਾ ਬੜਾ ਔਖਾ ਵਾ। ਔਰ ਹਾਂਜੀ, ਇਹ ਡਾਊਨ ਲੈਵਲ ਦੇ ਵਿੱਚ ਆਪਾਂ ਰਸਤੇ ਦੇ ਉੱਪਰ ਚੱਲ ਰਹੇ ਹਾਂ ਜੀ। ਇਹ ਜ਼ਮੀਨ ਹੋਰ ਨੀਵੀਂ ਹੈ ਇੱਧਰ ਵੀ ਤੇ ਇੱਧਰ ਦੋਨਾਂ ਸਾਈਡ ਤੇ। ਅੱਛਾ, ਇੱਥੋਂ ਜਿਹੜਾ ਤੁਸੀਂ ਰਸਤਾ ਬਣਾਇਆ ਇਹ 2-3 ਫੁੱਟ ਆਪਾਂ ਉੱਪਰ ਚੱਲ ਰਹੇ ਹਾਂ, ਉਧਰ ਆਲਰੇਡੀ ਹੋਰ ਨੀਵਾਂ ਹੈ ਪਾਣੀ। ਇੱਥੋਂ ਜ਼ਮੀਨ ਨੀਵੀਂ ਆ, ਪਾਣੀ ਆਪਣੇ ਮਤਲਬ ਇੱਥੇ ਤੱਕ ਆ ਜਾਏਗਾ। ਹਾਂਜੀ, ਜ਼ਮੀਨ ਆਪਾਂ ਦੇਖੋ ਜੀ ਪਹਿਲਾਂ ਸੇਮ ਦੀ ਮਾਰ ਸੀਗੀ, ਹੁਣ ਹੜ੍ਹਾਂ ਵਰਗੇ ਹਾਲਾਤ ਨੇ, ਸਰਕਾਰਾਂ ਦੇ ਸਤਾਏ ਹੋਏ ਲੋਕ ਆ ਜੀ ਅਸੀਂ। ਤੇ ਕੀ ਲੱਗਦਾ ਮੁੱਖ ਮੰਤਰੀ ਨੇ ਜਦੋਂ ਇੱਥੇ ਤਸਵੀਰ ਖਿਚਾਈ ਜਾਂ ਇਹ ਫੋਟੋ ਦਿਖਾਈ, ਉਮੀਦ ਲੱਗੀ ਕਿ ਸ਼ਾਇਦ ਅਫਸਰ ਜਾਗਣਗੇ? ਉਸ ਤੋਂ ਬਾਅਦ ਅਫਸਰਾਂ ਨੇ ਕੋਈ ਐਕਸ਼ਨ ਲਿਆ ਜਾਂ ਕੋਈ ਕਾਰਵਾਈ ਅਫਸਰਾਂ ਵੱਲੋਂ ਕੀਤੀ ਗਈ? ਹਾਂਜੀ, ਸਾਡੇ ਤਹਿਸੀਲਦਾਰ ਸਾਹਿਬ ਵੀ ਆਏ, ਅਜੇ ਤੱਕ ਮੈਨੂੰ ਨਹੀਂ ਉਹ ਮਿਲੇਗੇ, ਨਾ ਮੇਰੇ ਅਜੇ ਤੱਕ ਉਹ ਘਰ ਆਏ ਆ, ਨਾ ਮਤਲਬ ਪਟਵਾਰੀ ਸਾਹਿਬਾਨ ਜੋ ਵੀ MLA ਸਾਹਿਬ ਆਏ ਸੀ ਉਹਨਾਂ ਨਾਲ ਗੱਲਬਾਤ ਹੋਈ ਇੱਕ ਵਾਰੀ ਬੈਠ ਕੇ। ਤੋ ਜੋ ਮੇਰੇ ਨਾਲ ਦੇ ਵੀਰ ਆ ਕਮੇਟੀ ਦੇ, ਉਹ ਕਹਿੰਦੇ ਵੀ ਤੁਹਾਡਾ ਮਤਲਬ ਮੁੱਦਾ ਉੱਥੇ ਚੱਕਿਆ ਜਾਊ। ਪਰ ਮੈਂ ਕਹਿੰਦਾ ਵੀ ਮੁੱਖ ਮੰਤਰੀ ਸਾਹਿਬਾਨ ਤੁਸੀਂ ਆਏ ਜੋ ਤਾਂ ਆਪਣੇ ਜੋ ਤੁਸੀਂ ਬਿਆਨ ਦਿੱਤਾ ਵੀ ਚੱਪੇ ਦੀ ਭਰਪਾਈ ਕੀਤੀ ਜਾਊਗੀ, ਸਰਕਾਰਾਂ ਲਵਾਰਸ ਨਹੀਂ ਛੱਡ ਸਕਦੀਆਂ ਕਿਸੇ ਨੂੰ ਇਹਨਾਂ ਹਾਲਾਤਾਂ ਦੇ ਵਿੱਚ। ਇਸ ਕਰਕੇ ਮੈਂ ਮੁੱਖ ਮੰਤਰੀ ਸਾਹਿਬਾਨ ਨੂੰ ਇਹ ਕਹਿਣਾ ਚਾਹੁੰਦਾ ਹੈ ਵੀ ਤੁਸੀਂ ਇੱਥੇ ਰੁਕੇ, ਤੁਹਾਡੇ ਸੋਸ਼ਲ ਸਾਈਡਾਂ ਦੇ ਉੱਪਰ ਵੀ ਮੇਰੇ ਘਰ ਦੀ ਫੋਟੋ ਆਲਰੇਡੀ ਚੱਲ ਰਹੀ ਆ। ਇਹ ਕਿੰਨਾ ਕੁ ਡੂੰਘਾ ਤੁਸੀਂ ਜਾ ਸਕਦੇ ਹੋ ਜਾਂ ਕਿੰਨਾ ਕੁ ਡੂੰਘਾ ਜਾਂ ਜਾਣਾ ਥੋੜਾ? ਤੁਸੀਂ ਕਹਿੰਦੇ ਹੋ ਤਾਂ ਮੈਂ ਜ਼ਿਆਦਾ ਜਾਣਾ। ਹਾਂ, ਤਾਂ ਇਹ ਦੇਖ ਲਓ ਕਿ ਕਿੱਥੋਂ ਤੱਕ ਪਾਣੀ ਜਿਹੜਾ ਉਹ ਚਲਾ ਜਾਂਦਾ ਹੈ। ਇਹ ਇੱਥੋਂ ਦੀ ਰਸਤਾ ਇਹਨਾਂ ਨੇ ਬਣਾਇਆ ਹੋਇਆ ਸੀਗਾ ਸ਼ਾਇਦ, ਇਸ ਕਰਕੇ ਜਿਹੜਾ ਵਾ। ਤਾਂ ਤੁਸੀਂ ਥੋੜਾ ਧਿਆਨ ਨਾਲ ਇਸ ਵੇਲੇ ਕਿਹੜੇ ਹਾਲਾਤਾਂ ਦੇ ਵਿੱਚ ਇਸ ਵੇਲੇ ਪੰਜਾਬ ਦੇ ਮਾਲਵੇ ਦੇ ਲੋਕ ਰਹਿ ਰਹੇ ਨੇ, ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ। ਔਰ
ਸਰਕਾਰਾਂ ਦਾ ਐਕਸ਼ਨ ਲੇਟ ਲਤੀਫ ਹੁੰਦਾ ਹੈ ਜਾਂ ਉਮੀਦ ਹੁੰਦੀ ਹੈ, ਪਿੰਡ ਪੱਖੋਂ ਮਦਦ ਹੋ ਰਹੀ ਹੈ? ਮੈਂ ਕਈ ਥਾਵਾਂ ਤੇ ਦੇਖਿਆ ਕੋਈ ਚਾਰਾ ਲੈ ਕੇ ਆ ਰਿਹਾ ਹੈ, ਕੋਈ ਥਾਵਾਂ ਦੇ ਉੱਤੇ ਪਨੀਰੀ ਜਿਹੜੀ ਹੈ ਉਹ ਲਿਆਂਦੀ ਜਾ ਰਹੀ ਹੈ। ਹਾਂਜੀ, ਉਹ ਇਸ ਤਰ੍ਹਾਂ ਹੈ ਵੀ ਕੁਛ ਵੀਰ ਜੋ ਵੀ ਬਾਹਰ ਤੋਂ ਆਉਂਦੇ ਨੇ ਉਹ ਮੈਨੂੰ ਪਰਸਨਲੀ ਮਿਲ ਕੇ ਜਾਂਦੇ ਨੇ। ਜਿੱਦਾਂ ਕੁਛ ਵੀਰ ਸੁਲਤਾਨਪੁਰ ਤੋਂ ਆਏ ਸੀਗੇ, ਕੁਛ NRI ਵੀਰਾਂ ਦੇ ਵੀ ਮੈਨੂੰ ਫੋਨ ਆਏ ਨੇ। ਮੈਂ ਘਰੋਂ ਬਕਾਰਾਂ, ਕਈ ਵਾਰੀ ਮੈਂ ਉਹਨਾਂ ਦੇ ਫੋਨ ਅਟੈਂਡ ਨਹੀਂ ਕਰ ਪਾਉਂਦਾ ਗਾ। ਸਰਕਾਰਾਂ ਦਾ ਪਤਾ ਨਹੀਂ ਕਦੋਂ ਮੁਆਵਜ਼ਾ ਦੇਣਗੀਆਂ। ਮੈਂ ਉਹਨਾਂ ਵੀਰਾਂ ਦੇ ਅੱਗੇ ਬੇਨਤੀ ਕਰਨਾ ਚਾਹੁੰਦਾ ਵੀ ਕਈ ਵਾਰੀ ਮੈਂ ਉਹਨਾਂ ਦਾ ਫੋਨ ਅਟੈਂਡ ਨਹੀਂ ਕਰ ਪਾਉਂਦਾ, ਮੈਂ ਬਾਹਰ ਆ, ਘਰੋਂ ਬਕਾਰਾਂ। ਅਗਰ ਤੁਸੀਂ ਮੇਰੀ ਹੈਲਪ ਕਰਨਾ ਚਾਹੁੰਦੇ ਤਾਂ ਮੇਰੇ WhatsApp ਨੰਬਰ ਤੇ ਜਾ ਕੇ ਮਤਲਬ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਇਹ ਹਾਲਾਤ ਹੈ ਪੰਜਾਬ ਦੇ ਇਸ ਵੇਲੇ ਜੋ ਬਣੇ ਹੋਏ, ਗਰਾਊਂਡ ਜ਼ੀਰੋ ਤੋਂ ਤਸਵੀਰ ਦਿਖਾ ਰਹੇ ਹਾਂ, ਕਿਉਂਕਿ ਅਸੀਂ ਜ਼ਿੰਮੇਵਾਰੀ ਨਾਲ ਇੱਕ ਤਸਵੀਰ ਪੰਜਾਬ ਦੀ ਦਿਖਾਉਂਦੇ ਹਾਂ ਕਿ ਇਸ ਵੇਲੇ ਹਾਲਾਤ ਕਿਹੋ ਜਿਹੇ ਨੇ। ਕੈਮਰਾਮੈਨ ਸੁਖਜਿੰਦਰ ਦੇ ਨਾਲ ਪੰਕਜ ਕਪਾਈ, ਨਿਊਜ਼ 18 ਮਾਲਵੇ ਦੇ ਪਿੰਡ। ਸੋ ਨਿਊਜ਼ 18 ਪੰਜਾਬ ਗਰਾਊਂਡ ਜ਼ੀਰੋ ਤੇ ਪਹੁੰਚਿਆ। ਗਰਾਊਂਡ ਜ਼ੀਰੋ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿ ਹੜ੍ਹਾਂ ਦੇ ਕਾਰਨ, ਚਾਹੇ ਗੱਲ ਕਿਸਾਨਾਂ ਦੀ ਹੋਵੇ, ਚਾਹੇ ਉੱਥੇ ਸਥਾਨਕ ਲੋਕਾਂ ਦੀ ਹੋਵੇ, ਕਿਵੇਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੁਹਾਨੂੰ ਮਲੋੜ ਦੀਆਂ ਅਸੀਂ ਤਸਵੀਰਾਂ ਵਿਖਾਈਆਂ ਕਿ ਇੱਕ ਸ਼ਖਸ ਦਾ ਜਿਹੜਾ ਘਰ ਆ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਘਿਰਿਆ ਹੋਇਆ ਸਾਫ਼ ਤੌਰ ਤੇ ਨਜ਼ਰ ਆਇਆ। ਉੱਥੇ ਗੱਲ ਕਿਸਾਨਾਂ ਦੀ ਫਸਲ ਦੀ ਕੀਤੀ ਜਾਵੇ, ਚਾਹੇ ਉਹ ਨਰਮੇ ਦੀ ਫਸਲ ਹੈ, ਚਾਹੇ ਝੋਨੇ ਦੀ ਫਸਲ ਹੈ, ਵੱਡੇ ਪੱਧਰ ਤੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਹੈ। ਦੂਰ ਦੂਰ ਤੱਕ ਜਿੱਥੇ ਵੀ ਨਜ਼ਰ ਜਾਂਦੀ ਹੈ ਹਰ ਪਾਸੇ ਪਾਣੀ ਹੀ ਪਾਣੀ ਹੈ। ਪਿਛਲੇ ਦਿਨ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦੌਰਾ ਕੀਤਾ ਗਿਆ ਸੀਗਾ ਇਸ ਪ੍ਰਭਾਵਿਤ ਇਲਾਕੇ ਦਾ, ਤੇ ਹੁਣ ਕਿਸਾਨਾਂ ਵੱਲੋਂ ਸਰਕਾਰ ਤੋਂ ਇਹੀ ਗੁਹਾਰ ਹੈ ਕਿ ਜਿਹੜੀ ਫਸਲ ਬਰਬਾਦ ਹੋ ਚੁੱਕੀ ਹੈ ਕਿਸਾਨਾਂ ਦੀ, ਉਹ ਬਰਬਾਦ ਫਸਲ ਨੂੰ ਲੈ ਕੇ ਸਰਕਾਰ ਦੇ ਵੱਲੋਂ ਮੁਆਵਜ਼ਾ ਦਿੱਤਾ ਜਾਵੇ। ਹੁਣ ਵੇਖਣਾ ਹੋਵੇਗਾ ਕਿ ਆਖਰਕਾਰ ਕਦੋਂ ਤੱਕ ਮੁਆਵਜ਼ਾ ਮਿਲਦਾ ਹੈ, ਕਿਉਂਕਿ ਵੱਡੇ ਪੱਧਰ ਤੇ 90% ਦੇ ਕਰੀਬ ਕਿਸਾਨਾਂ ਦੀ ਫਸਲ ਜਿਹੜੀ ਆ ਇਸ ਹੜ੍ਹਾਂ ਦੇ ਕਾਰਨ, ਇਸ ਮੀਂਹ ਦੇ ਪਾਣੀ ਦੇ ਕਾਰਨ ਬਰਬਾਦ ਹੋ ਚੁੱਕੀ ਹੈ।